करो जी। वाहिगुरु जी का खालसा, वाहिगुरु जी की फतेह। सतनाम वाहिगुरु साहिब जी। जय श्री महला चौथा। राग जैत सती है जी। ये पावन शब्द धन गुरु रामदास महाराज की रचना तो उच्चारण किया है। धन गुरु ग्रंथ साहिब महाराज जी के पावन अंग 697 के ऊपर सुभाईमान है जी। जिन हर हृदय नाम ना बसयो, तिन मात की जय हर बंजा। सतगुਰਾਂ ने पावन बचन वरते भी एक मां ਨੂੰ भी उलामा दे दिता है भी जे मां की कुख तो जन्म लैन वाला बच्चा नाम नहीं जपदा तो ਉਹਦੇ ਹਿਰਦੇ 'ਚ नाम नहीं वसदा ਤਾਂ ਮਾਤ ਕੀਜੇ ਹਰ ਬੰਦ। ਜਿਹੜੇ ਸਿੱਧੇ ਅਰਥ ਅਸੀਂ ਸੁਣਦੇ ਆ ਵੀ ਉਹ ਮਾਂ ਨੂੰ ਫਿਰ ਬਾਹਰ ਨਹੀਂ ਰਹਿ ਜਾਣਾ ਚਾਹੀਦਾ ਵੀ ਇਹੋ ਜਿਹੇ ਇਨਸਾਨ ਨੂੰ ਜਨਮ ਹੀ ਨਾ ਦੇਵੇ। ਚਲੋ ਗੁਰਮੁਖੋ ਸਾਡੇ ਕੋਲ ਨਾ ਜੇ ਆਪਾਂ ਵਾਚੀਏ ਤੇ ਇਹੋ ਜਿਹਾ ਵੀ ਇਤਿਹਾਸ ਪਿਆ ਹੈ ਵੀ ਮਾਂ ਦੀ ਸਿੱਖਿਆ ਬੱਚੇ ਤੇ ਬੜਾ ਅਸਰ ਕਰਦੀ ਹੈ। ਦੈਂਤ ਦੇ ਘਰੇ ਵੀ ਇੱਕ ਪ੍ਰਹਿਲਾਦ ਪੁੱਤਰ ਪੈਦਾ ਹੋ ਜਾਂਦਾ ਹੈ। ਬਾਪ ਦੈਂਤ ਤੇ ਅਰਨਾਕਸ਼ ਤੇ ਜੇ ਉਹਨਾਂ ਦੇ ਘਰੇ ਪ੍ਰਹਿਲਾਦ ਪੁੱਤਰ ਪੈਦਾ ਹੁੰਦਾ ਹੈ ਉਹ ਮਾਂ ਕਰਕੇ ਹੈ। ਪ੍ਰਹਿਲਾਦ ਦੀ ਜਿਹੜੀ ਮਾਂ ਆ ਉਹ ਆਪਾਂ ਨੇ ਕਈ ਵਾਰੀ ਸਰਵਣ ਕੀਤਾ ਵੀ ਜਦੋਂ ਕਿਸੇ ਰਾਜੇ ਨੇ ਹਮਲਾ ਕੀਤਾ ਹਰਨਾਕਸ਼ ਦੇ ਰਾਜ ਤੇ ਇਹਦੀ ਪਤਨੀ ਨੂੰ ਕੈਦ ਕਰਕੇ ਲਿਜਾ ਰਹੇ ਹਨ। ਉਹ ਰਸਤੇ 'ਚ ਕੋਈ ਸਿਆਣਾ ਪੁਰਖ ਮਿਲਿਆ, ਉਹਨੇ ਕਿਹਾ ਵੀ ਇਹ ਹਰਨਾਕਸ਼ ਦੀ ਪਤਨੀ ਤਾਂ ਔਰਤ ਦਾ ਕੋਈ ਕਸੂਰ ਨਹੀਂ, ਔਰਤ ਤੇ ਜ਼ੁਲਮ ਨਹੀਂ ਕਰਨਾ ਚਾਹੀਦਾ। ਉਹਨਾਂ ਨੇ ਰਸਤੇ 'ਚ ਹੀ ਉਹ ਹਰਨਾਕਸ਼ ਦੀ ਪਤਨੀ ਨੂੰ ਛੱਡ ਦਿੱਤਾ ਸੀ ਜਿਹੜੇ ਗ੍ਰਿਫਤਾਰ ਕਰਕੇ ਜਾਂ ਬੰਦੀ ਬਣਾ ਕੇ ਲਿਜਾ ਰਹੇ ਹਨ। ਤੇ ਉਦੋਂ ਉਹ ਮਾਂ ਇੱਕ ਬੱਚੇ ਨੂੰ ਜਨਮ ਦੇਣ ਵਾਲੀ ਹੈ। ਜਦੋਂ ਉਹਨੂੰ ਬੰਦੀ ਬਣਾ ਕੇ ਲਿਜਾਇਆ ਜਾਂਦਾ ਹੈ ਤੇ ਉੱਥੇ ਕੋਈ ਸਾਧੂ ਰਹਿੰਦੇ ਹਨ ਜਿੱਥੇ ਉਤਾਰ ਦਿੱਤਾ ਗਿਆ ਕਿਉਂਕਿ ਔਰਤ ਸੀ, ਕਦੀ ਰਸਤਾ ਬੜਾ ਲੰਬਾ ਜਾ ਨਹੀਂ ਸਕਦੀ। ਉਹ ਕੁਝ ਸਮਾਂ ਸਾਧੂਆਂ ਦੀ ਸੇਵਾ ਕਰਦੀ ਰਹੀ, ਉਹਨਾਂ ਨੂੰ ਪ੍ਰਸ਼ਾਦਾ ਪਾਣੀ। ਉਹ ਕਹਿੰਦੇ ਜੀ ਅਸੀਂ ਬਾਹਰ ਨਹੀਂ ਨਿਕਲਣਾ, ਗੁਫਾ 'ਚ ਬੈਠੇ ਹਾਂ ਤੇ ਬੇਟਾ ਤੁਸੀਂ ਇੱਥੇ ਰਹੋ ਤੇ ਅਸੀਂ ਤੁਹਾਨੂੰ ਤੁਹਾਡੇ ਟਿਕਾਣੇ ਤੇ ਬੜੀ ਵੀ ਜਲਦੀ ਪਹੁੰਚਾ ਦਾਂਗੇ, ਪਰ ਅਸੀਂ ਹੁਣ ਨਹੀਂ ਜਾ ਸਕਦੇ। ਉਹ ਫਿਰ ਪ੍ਰਹਿਲਾਦ ਦੀ ਜਿਹੜੀ ਮਾਂ ਉਹਨਾਂ ਦੀ ਸੇਵਾ 'ਚ ਹਾਜ਼ਰ ਰਹਿੰਦੀ ਹੈ। ਉਹਨੇ ਜਲ ਪਾਣੀ ਪ੍ਰਸ਼ਾਦਾ ਪਾਣੀ ਤਿਆਰ ਕਰਨਾ ਔਰ ਟਾਈਮ ਫਰੀ ਸੀ, ਉਹਨੇ ਬੈਠ ਕੇ ਜਪਣਾ ਉਹਨਾਂ ਦੇ ਨਾਲ। ਫਿਰ ਉਹ ਬੰਦਗੀ ਦਾ ਅਸਰ ਇਹ ਹੋਇਆ ਵੀ ਜਿਹੜਾ ਪੁੱਤਰ ਜਨਮ ਲੈਣ ਵਾਲਾ ਸੀ ਉਹ ਪ੍ਰਹਿਲਾਦ ਨਿਕਲਿਆ ਜੀ। ਉਹ ਮਾਂ ਦੀ ਕੁੱਖ ਤੋਂ ਬੱਚਾ ਭਗਤ ਨਿਕਲਿਆ, ਹਾਲਾਂਕਿ ਬਾਪ ਉਹਦਾ ਇੱਕ ਦੈਂਤ ਹੈ। ਤੇ ਕਿਤੇ ਨਾ ਕਿਤੇ ਮਾਂ ਦਾ ਬਹੁਤ ਵੱਡਾ ਰੋਲ ਹੈ। ਤੇ ਜੇ ਬੱਚਾ ਨਹੀਂ ਜਪਦਾ ਤੇ ਕਸੂਰ ਤੇ ਫਿਰ ਮਾਂ ਦਾ ਵੀ ਹੈ ਨਾ, ਵੀ ਇਹ ਜੁੜੀ ਨਹੀਂ ਹੈ, ਵੀ ਇਹ ਤਾਂ ਬੱਚਾ ਇਹੋ ਜਿਹਾ ਨਿਕਲਿਆ। ਆਪਾਂ ਹੁਣ ਸਮਾਜ 'ਚ ਵਿਚਰਦਿਆਂ ਵੇਖਦੇ ਕਿਸੇ ਦਾ ਬੱਚਾ ਕੋਈ ਇਹੋ ਜਿਹਾ, ਕਹਿੰਦੇ ਜੀ ਮਾਂ ਪਿਓ ਨੇ ਇਹਨੂੰ ਚੰਗੀ ਸਿੱਖਿਆ ਨਹੀਂ ਦਿੱਤੀ ਹੈ। ਤੇ ਸਾਡਾ ਭਾਰਤੀ ਸੰਵਿਧਾਨ ਵੀ ਇਹ ਗੱਲ ਕਹਿੰਦਾ, ਕਹਿੰਦਾ 12 ਸਾਲ ਦਾ ਬੱਚਾ ਜੇ ਕੋਈ ਕ੍ਰਾਈਮ ਕਰਦਾ, ਜੇ ਕੋਈ ਗਲਤ ਕੰਮ 12 ਸਾਲ ਦੀ ਉਮਰ ਤੋਂ ਪਹਿਲਾਂ ਕਰ ਦਿੰਦਾ, ਸਜ਼ਾ ਬੱਚੇ ਨੂੰ ਨਹੀਂ ਉਹਦੇ ਮਾਂ ਪਿਓ ਨੂੰ ਦਿਓ। ਉਹ ਮਾਂ ਪਿਓ 'ਤੇ ਡਿਪੈਂਡ ਹੁੰਦਾ ਹੈ ਕਿੰਨੇ ਕੁ ਸਾਲ ਦਾ। ਸਿਆਣੇ ਬੰਦੇ ਕਹਿੰਦੇ ਹੁੰਦੇ ਹਨ ਵੀ 12 ਸਾਲ ਤੇ ਬੱਚੇ ਦਾ ਬਿਲਕੁਲ ਹੀ ਖਿਆਲ ਰੱਖਣਾ ਹੈ ਨਾ। ਤੇ 12 ਤੋਂ 16 ਸਾਲਾਂ ਤੱਕ 4 ਕੁ ਸਾਲ ਮਾਂ ਪਿਓ ਡਾਂਟ ਸਕਦਾ ਬੱਚੇ ਨੂੰ। ਜਦੋਂ ਬੱਚੇ ਦੀ ਜਵਾਨੀ ਦੀ ਉਮਰ ਵੀ ਹੁੰਦੀ ਹੈ ਤੇ ਬੱਚੇ ਨੂੰ ਝਿੜਕੇ, ਉਹਨੂੰ ਬੁਰੇ ਕੰਮ ਤੋਂ ਰੋਕੇ ਤੇ 16 ਸਾਲਾਂ ਤੋਂ ਬਾਅਦ ਫਿਰ ਉਹਨੂੰ ਆਪਣਾ ਮਿੱਤਰ ਬਣਾ ਲੈਣਾ ਚਾਹੀਦਾ। ਆਪਣੇ ਪੁੱਤਰ ਨੂੰ ਮਾਂ ਪਿਓ ਧੀ ਹੈ ਉਹ ਮਾਂ ਸਹੇਲੀ ਬਣਾ ਲਏ 16 ਸਾਲਾਂ ਤੋਂ ਬਾਅਦ। 16 ਸਾਲਾਂ ਬਾਅਦ ਅਸੀਂ ਝਿੜਕ ਸਕਦੇ, 16 ਸਾਲਾਂ ਤੱਕ ਫਿਰ ਸਾਨੂੰ ਮਾਂ ਨੂੰ ਸਹੇਲੀ ਬਣਨਾ ਪਏਗਾ ਆਪਣੀ ਧੀ ਦੀ, ਬਾਪ ਨੂੰ ਆਪਣੇ ਪੁੱਤਰ ਦਾ ਮਿੱਤਰ ਬਣਨਾ ਪਏਗਾ ਔਰ ਬਣਨਾ ਚਾਹੀਦਾ ਜਿਸ ਸਮੇਂ ਦੀ ਜ਼ਰੂਰਤ ਹੈ। ਕਿਤੇ ਨਾ ਕਿਤੇ ਫਿਰ ਦੋਸ਼ ਤੇ ਹੈ ਨਾ ਵੀ ਜੇ ਬੱਚਾ ਨਹੀਂ ਜੁੜਿਆ ਤੇ ਮਾਂ ਪਿਓ ਦਾ ਕਿਤੇ ਨਾ ਕਿਤੇ। ਹੁਣ ਬਾਬਾ ਫਰੀਦ ਜੀ ਹੈ, ਉਹਨਾਂ ਦੀ
ਮਾਤਾ ਕਰਕੇ ਹੀ ਬਾਬਾ ਫਰੀਦ ਜੀ ਭਗਤ ਬਣੇ ਆ। ਇਤਿਹਾਸ ਬਹੁਤ ਕੁਝ ਦੱਸਦੇ, ਸੰਖੇਪ ਹੀ ਬੇਨਤੀਆਂ ਕਰਨੀਆਂ। ਮਾਂ ਨੂੰ ਕਿਉਂ ਲਾਮਾ ਦਿੱਤਾ ਗਿਆ? ਨਿੱਕੇ ਜਿਹੇ ਸਨ ਬੱਚੇ ਨੂੰ ਲਾਲਚ ਹੁੰਦਾ ਹੈ, ਮਾਂ ਜੇ ਲਾਉਣਾ ਚਾਹਵੇ ਚੰਗੇ ਪਾਸੇ ਤੇ ਬੱਚੇ ਨੂੰ ਲਾ ਸਕਦੀ ਹੈ। ਜੇ ਬੱਚਿਆਂ ਤੋਂ ਚੰਗੇ ਗੁਣ ਤੁਹਾਨੂੰ ਦਿਸਦੇ ਨੇ, ਮਾਂ ਪਿਓ ਦਾ ਬਹੁਤ ਵੱਡਾ ਰੋਲ ਹੁੰਦਾ ਇਹਦੇ ਅੰਦਰ। ਉਹ ਚੰਗੀ ਸਿੱਖਿਆ ਦਿੰਦੇ ਹੈ, ਉਹ ਚੰਗਿਆਂ ਦਾ ਸਾਗੂ ਬਣਾਉਂਦੇ ਆਪਣੇ ਬੱਚਿਆਂ ਨੂੰ, ਬਿਠਾਉਂਦੇ ਚੰਗਿਆਂ ਨੂੰ। ਹੁਣ ਬਾਬਾ ਫਰੀਦ ਜੀ ਨਿੱਕੇ ਜਿਹੇ ਨੇ, ਕਹਿੰਦੇ ਜੀ ਕੁਝ ਚਾਹੀਦਾ ਛਕਣ ਵਾਸਤੇ, ਤੇ ਮਾਂ ਕਹਿੰਦੀ ਬੇਟਾ ਅੱਲਾ ਤੂੰ ਜਾਪਾ, ਉਹ ਤੈਨੂੰ ਸ਼ਕਲ ਨਹੀਂ ਦੇਗਾ। ਉਹ ਮਾਂ ਨੇ ਨਿੱਕੇ ਜਿਹੇ ਬੱਚੇ ਨੂੰ ਸਿਖਾਇਆ ਵੀ ਸਾਨੂੰ ਅੱਲਾ ਹੀ ਸ਼ਕਲ ਨਹੀਂ ਦਿੰਦਾ। ਇਹ ਬੜੀ ਵੱਡੀ ਗੱਲ ਹੈ। ਜਿਵੇਂ ਆਪਾਂ ਧਰੂ ਦੀ ਕਈ ਵਾਰੀ ਗੱਲ ਕੀਤੀ ਵੀ ਮਾਂ ਨੂੰ ਧਰੂ ਪੁੱਛਦੇ ਨਿੱਕਾ ਜਿਹਾ 5 ਸਾਲ ਦਾ ਬੱਚਾ, ਮਾਂ ਤੂੰ ਹੈ ਤੇ ਰਾਣੀ ਹੈ, ਹਾਲ ਤੇਰੀ ਨੌਕਰਾਨੀਆਂ ਨਾਲੋਂ ਵੀ ਬਿਹਤਰ ਹੈ। ਤੇ ਕਹਿੰਦੀ ਬੇਟਾ ਕਰਮਾਂ ਦੀ ਗੱਲ ਹੈ, ਮੇਰੇ ਕਰਮ ਚੰਗੇ ਨੇ, ਰਾਣੀ ਹੁੰਦਿਆਂ ਵੀ ਨੌਕਰਾਣੀ ਨਾਲੋਂ ਬਦਤਰ ਹਾਲਤ ਹੈ। ਪੁੱਤਰੇ ਤੇ ਕਰਮਾਂ ਦੀ ਖੇਡ। ਮਾਂ ਮੈਂ ਕਿ ਰਾਜ ਚਾਹੀਦਾ ਮੈਨੂੰ, ਮਾਂ ਤੇਰਾ ਸਤਿਕਾਰ ਚਾਹੀਦਾ ਇਸ ਘਰ ਦੇ ਅੰਦਰ, ਤੂੰ ਪਟਰਾਣੀ ਹੈ, ਤੂੰ ਕੋਈ ਨੌਕਰਾਣੀ ਥੋੜੀ ਹੈ। ਤੇ ਮਾਂ ਨੇ ਬੜੀ ਵਧੀਆ ਸਿੱਖਿਆ ਦਿੱਤੀ, ਕਹਿੰਦੇ ਬੇਟਾ ਸਤਿਕਾਰ ਤੇ ਹੱਕ ਖੋ ਕੇ ਨਹੀਂ ਲਏ ਜਾਂਦੇ, ਰੱਬ ਦੀ ਬਖਸ਼ਿਸ਼ ਹੈ ਜੇ ਉਹ ਦਵੇ ਤਾਂ। ਤੇ ਮਾਂ ਤੇਰਾ ਸਤਿਕਾਰ ਵੇਖਣਾ ਚਾਹੁੰਦਾ, ਮੈਂ ਰਾਜ ਆਪਣਾ ਹੱਕ ਲੈਣਾ ਚਾਹੁੰਦਾ ਬੇਟਾ, ਤੇ ਫਿਰ ਬੰਦਗੀ 'ਚ ਹੋ ਸਕਦਾ। ਮਾਂ ਦੇ ਇਹਨਾਂ ਬੋਲਾਂ ਨਹੀਂ ਤੇ ਧਰੂ ਨੂੰ ਬੰਦਗੀ ਵੱਲ ਤੋਰਿਆ ਸੀ। ਜੇ ਮਾਂ ਉਹਦਨ ਕਹਿੰਦੀ ਵੀ ਉਹਦੇ ਪਿਓ ਦੇ ਗੱਲ ਜਾ ਕੇ ਪੈ ਜਾ, ਤੇ ਫਿਰ ਬੱਚੇ ਨੇ ਡਾਕੂ ਨਿਕਲਣਾ ਸੀ ਜੀ। ਵੀ ਜੇ ਤੈਨੂੰ ਤੇਰੀ ਦੂਜੀ ਮਾਂ ਨੇ ਚੁੱਕ ਕੇ ਬਾਹਰ ਸੁੱਟ ਦਿੱਤਾ, ਤੂੰ ਮਾਂ ਨੂੰ ਚੁੱਕ ਕੇ ਘਰੋਂ ਬਾਹਰ ਸੁੱਟ ਦੇ। ਮਾਂ ਸਿੱਖਿਆ ਤੇ ਨਹੀਂ ਦੇ ਸਕਦੀ ਸੀ, ਪਰ ਮਾਂ ਨੇ ਕਿਹਾ ਨਾ ਬੇਟਾ, ਇਹ ਤੇ ਉਹ ਰੱਬ ਦੇ ਦਿੱਤੇ ਹੋਏ ਮਨੁੱਖ ਸੁੱਖ ਭੋਗਦਾ ਹੈ। ਉਹ ਇੱਕ ਸ਼ਬਦ ਦਾਸ ਨੇ ਬਹੁਤ ਵਾਰੀ ਆਪ ਜੀ ਨਾਲ ਸਾਂਝਾ ਕੀਤਾ ਵੀ ਜੇ ਅੰਦਰ ਸੱਚ ਹੈ, ਨਾਮ ਹੈ, ਚੰਗੀ ਸਿੱਖਿਆ ਹੈ, ਉਹ ਘਰ ਸਵਰਗ ਹੈ। ਮਨੁੱਖ ਸਵਰਗ 'ਚ ਰਹਿ ਰਿਹਾ ਜਿੱਥੇ ਮਾਂ ਪਿਓ ਦਾ ਸਤਿਕਾਰ ਹੈ, ਬੱਚੇ ਚੰਗੇ ਹੈ, ਉਹ ਰੱਬ ਸ਼ਕਲ ਨਹੀਂ ਦਿੰਦਾ, ਉਹ ਮਿਹਨਤ ਕਰਦੇ ਹੈ, ਉਹ ਪਿਆਰ ਨਾਲ ਰਹਿ ਰਹੇ, ਉਹ ਸਵਰਗੀ ਤੇ ਹੈ। ਤੇ ਜੇ ਨਾਮ ਨਹੀਂ ਅੰਦਰ ਜੀਵਨ ਦੇ ਅੰਦਰ, ਮਹਾਰਾਜ ਕਹਿੰਦੇ ਬਸੰਤ ਸਵਰਗ ਲੋਕੈ ਜਿਤ ਤੇ ਪ੍ਰਿਥਵੀ ਨਾਮ ਖੰਡਣਾ ਹੈ। ਤੇ ਮਹਾਰਾਜ ਕਹਿੰਦੇ ਬਿਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣਾ। ਕਹਿੰਦੇ ਉਹ ਸਵਰਗ ਹੈ ਜਿੱਥੇ ਏਕਤਾ, ਨਾਮ, ਸੱਚ, ਪਿਆਰ, ਸਤਿਕਾਰ। ਤੇ ਨਹੀਂ ਤੇ ਮਹਾਰਾਜ ਕਹਿੰਦੇ ਜਿੱਥੇ ਇਹ ਚੀਜ਼ਾਂ ਨਹੀਂ ਹੈ, ਉਹ ਘਰ 'ਚ ਰਹਿੰਦਾ ਵੀ ਜੰਗਲ 'ਚ ਰਹਿਣ ਦੀ ਤਰ੍ਹਾਂ ਹੈ। ਹੁਣ ਮੰਨ ਲਓ 5-4 ਜੀ ਘਰ 'ਚ, ਜੇ 5-4 ਜੀ ਬੁਲਾਉਂਦੇ ਹੀ ਨਹੀਂ ਹੈ ਤੇ ਜੰਗਲ ਹੀ ਤੇ ਹੈ, ਜੰਗਲ 'ਚ ਨਹੀਂ ਕੋਈ ਬੁਲਾਏਗਾ। ਪਸ਼ੂ ਪੰਛੀਆਂ ਨਾਲ ਵਾਹ ਤੇ ਮਾਫ ਕਰਨਾ, ਕਈ ਵਾਰੀ ਪਸ਼ੂ ਪੰਛੀ ਸਾਨੂੰ ਘਰ ਪਰਿਵਾਰ 'ਚੋਂ ਵੀ ਮਿਲਦੇ। ਬਿਰਤੀ ਹੁੰਦੀ ਇੱਕ, ਕਿਸੇ ਦੀ ਪਸ਼ੂ ਵਾਲੀ ਹੋ ਸਕਦੀ, ਕਿਸੇ ਦੀ ਪੰਛੀ ਵਾਲੀ ਹੋ ਸਕਦੀ ਹੈ। ਮਹਾਰਾਜ ਨੇ ਬਚਨ ਕਹੇ ਤਿੰਨ ਮਾਤ ਕੀਜੇ ਹਰ ਬਾਝਾ, ਮਾਂ ਨੂੰ ਉਲਾਮਾ ਦਿੱਤਾ ਹੈ। ਜਿਨ੍ਹਾਂ ਨੇ ਜਪਿਆ ਨਾ, ਅਸੀਂ ਅੱਜ ਬੀਬੀ ਭਾਨੀ ਦਾ ਨਾਂ ਲੈਣਾ ਹੈ। ਪਤਾ ਕਿਉਂ ਲੈਣਾ? ਗੁਰੂ ਅਰਜਨ ਸਾਹਿਬ ਕਰਕੇ। ਕਿਉਂ ਲੈਣਾ? ਗੁਰੂ ਅਰਜਨ ਸਾਹਿਬ ਗੁਰੂ ਬਣੇ, ਰੱਬ ਬਣੇ ਕਿਹਦੇ ਕਰਕੇ? ਬੀਬੀ ਭਾਨੀ ਕਰਕੇ। ਧੰਨ ਜਨੇਂਦੀ ਮਾਓ ਆਏ ਸਫਲ ਸੇ, ਉਹ ਆਏ ਸਫਲ, ਉਹਨਾਂ ਦੀ ਮਾਂ ਵੀ ਧੰਨ ਆ। ਬੀਬੀ ਭਾਨੀ ਦੇ ਪੁੱਤਰ ਸਨ ਗੁਰੂ ਅਰਜਨ ਸਾਹਿਬ ਜੀ। ਤੇ ਉਹਨਾਂ ਦੀ ਬੰਦਗੀ ਵੇਖੋ, ਉਹਨਾਂ ਦੇ ਅੰਦਰ ਸੱਚ ਵੇਖੋ, ਕਿੰਨੀ ਪਿਤਾ ਗੁਰੂ ਦੀ ਸੇਵਾ ਕੀਤੀ ਬੀਬੀ ਭਾਨੀ ਨੇ। ਫਿਰ ਗੁਰੂ ਅਰਜਨ ਸਾਹਿਬ ਜੀ ਪੈਦਾ ਹੋਏ ਹੈ। ਜਦ ਅਸੀਂ ਬਚਨ ਪੜ੍ਹਦੇ ਧੰਨ ਧੰਨ ਪਿਤਾ, ਉਹ ਪਿਓ ਵੀ ਧੰਨ ਹੈ। ਧੰਨ ਧੰਨ ਕੁੱਲ, ਉਹ ਕੁੱਲ ਵੀ ਧੰਨ ਹੈ। ਤਿੰਨ ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦੀਏ ਜੈ ਦੇ ਭਏ ਸਹਾਏ। ਜਦ ਅਸੀਂ ਬਚਨ ਪੜ੍ਹਦੇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਗੁਰੂ ਨਾਨਕ ਸਾਹਿਬ ਕਰਕੇ ਬੇਦੀ ਕੁੱਲ ਨੂੰ ਵੀ ਸਤਿਕਾਰ ਮਿਲਿਆ ਵੀ ਬੇਦੀ ਕੁੱਲ 'ਚ ਗੁਰੂ ਨਾਨਕ ਸਾਹਿਬ ਆਏ। ਸੋਢੀ ਵੰਸ਼ 'ਚ ਗੁਰੂ ਰਾਮਦਾਸ ਜੀ ਆਏ ਤੇ ਸੋਢੀਆਂ ਨੂੰ ਵੀ ਸਤਿਕਾਰ ਮਿਲਿਆ ਵੀ ਇਹ ਵੰਸ਼ ਸਾਡੀ ਹੈ, ਸੋਢੀਆਂ ਦੀ ਹੈ। ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਲੂ ਵਾਲੀ। ਮਹਾਰਾਜ ਕਹਿੰਦੇ ਧੰਨ ਧੰਨ ਪਿਤਾ, ਉਹ ਪਿਓ ਧੰਨ ਹੈ ਜਿਹਦੇ ਘਰੇ ਗੁਰੂ ਅਰਜਨ ਸਾਹਿਬ ਜੀ ਆਏ। ਵੈਸੇ ਗੁਰੂ ਰਾਮਦਾਸ ਜੀ ਵੀ ਰੱਬ ਸਨ, ਧੰਨ ਹੀ ਤੂੰ ਹੈ ਨੇ। ਧੰਨ ਧੰਨ ਕੋਲੋ ਕੁੱਲ ਵੀ ਧੰਨ, ਧੰਨ ਸੋ ਜਨਨੀ, ਉਹ ਮਾਂ ਵੀ ਜਨਮ ਦੇਣ ਵਾਲੀ ਧੰਨ। ਜਿਨ ਗੁਰੂ ਜਣਿਆ, ਮਾਈ ਜਿਹਨੇ ਗੁਰੂ ਨੂੰ ਜਨਮ ਦਿੱਤਾ, ਉਹ ਮਾਂ ਧੰਨ ਹੈ। ਉਹਦਾ ਸਤਿਕਾਰ ਸੰਸਾਰ ਦੇ ਅੰਦਰ। ਤੁਲਸੀਦਾਸ ਦੇ ਬੋਲ ਦਾਸ ਨੇ ਬਹੁਤ ਵਾਰੀ ਯਾਦ ਕਰਾਇਆ, ਮੈਂ ਫਿਰ ਯਾਦ ਕਰਵਾਵਾਂਗਾ। ਉਹ ਕਹਿੰਦੇ
ਬੱਚੇ 'ਚ ਇੱਕ ਗੁਣ ਹੋਵੇ ਤੇ ਮਾਂ ਦੀ ਕੁੱਖ ਸਫਲ ਹੋ ਜਾਂਦੀ ਹੈ। ਉਹ ਕਿਹੜਾ ਗੁਣ? ਜਨਨੀ ਜਣੈ ਤਾਂ ਭਗਤ ਜਨ। ਕਿਸੇ ਮਾਂ ਦੀ ਕੁੱਖ ਤੋਂ ਜਨਮ ਲੈਣ ਵਾਲਾ ਕਿਤੇ ਭਗਤ ਬਣ ਜੇ। ਵੈਸੇ ਗੁਰਮੁਖੋ ਤਿੰਨ ਤਰ੍ਹਾਂ ਦੇ ਮਨੁੱਖ ਸੰਸਾਰ ਤੇ ਹੁੰਦੇ ਨੇ, ਇੱਕ ਉੱਤਮ, ਇੱਕ ਮੱਧਮ ਤੇ ਇੱਕ ਨੀਚ। ਤਿੰਨ ਤਰ੍ਹਾਂ ਦੇ। ਨੀਚ ਦਾ ਅਰਥ ਵੀ ਨੀਚ ਵੈਸੇ ਨਹੀਂ ਜੋ ਅਸੀਂ ਸੋਚ ਲੈਂਦੇ ਵੀ ਇਹ ਬੰਦਾ ਨੀਚ ਦਾ ਅਰਥ ਬਿਲਕੁਲ ਆਮ ਮੱਧ ਵਰਗ, ਬਿਲਕੁਲ ਧਰਤੀ ਦੇ ਤਲ ਤੇ ਜਿਉਣ ਵਾਲਾ ਕਹਿ ਸਕਦੇ ਆਪਾਂ, ਵੀ ਜਿਹਨੂੰ ਧਰਮ ਨਾਲ ਕੋਈ ਮਤਲਬ ਨਹੀਂ ਹੈ। ਇੱਕ ਹੁੰਦਾ ਇਸ ਤੋਂ ਉੱਪਰ ਜਿਹੜਾ ਮੱਧਮ ਹੈ, ਉਹ ਧਾਰਮਿਕ ਵੀ ਹੈ ਤੇ ਸੰਸਾਰੀ ਵੀ। ਇੱਕ ਹੁੰਦਾ ਉੱਤਮ ਪੁਰਖ, ਜਿਹਨੂੰ ਅਸੀਂ ਮਹਾਂਪੁਰਖ ਵੀ ਕਹਿ ਦਿੰਦੇ ਹਾਂ। ਗੁਰੂ ਅਰਜਨ ਸਾਹਿਬ ਜੀ ਤੇ ਹੈ ਹੀ ਰੰਗ ਸਰ। ਤਿੰਨ ਤਰ੍ਹਾਂ ਦੇ ਲੋਕ ਸਾਨੂੰ ਸੰਸਾਰ 'ਚ ਮਿਲਦੇ ਆ, ਨੀਚ, ਮੱਧਮ ਤੇ ਉੱਤਮ। ਤੇ ਤੁਲਸੀਦਾਸ ਕਹਿੰਦੇ ਜਨਨੀ ਜਣੈ ਤਾਂ ਭਗਤ ਜਨ। ਜੇ ਕਿਤੇ ਭਗਤ ਉਹਦੀ ਕੁੱਖ ਤੋਂ ਪੈਦਾ ਹੋਵੇ, ਕੈ ਦਾਤਾ ਜਾਓ ਦਾਨੀ ਬੜਾ ਵੱਡਾ ਹੋਵੇ, ਕੈ ਸੂਰ ਜਾਓ ਸੂਰਮਾ ਨਿਕਲੇ। ਮਾਂ ਦੀ ਸਫਲ ਜੇ ਪੁੱਤਰ ਇੱਕ ਗੁਣ ਵਾਲਾ ਪੈਦਾ ਹੋ ਜਾਂਦਾ ਹੈ, ਜਨਨੀ ਜਣੈ ਤਾਂ ਭਗਤ ਜਨ, ਕੈ ਦਾਤਾ ਕੈ ਸੂਰ, ਨਾਹੀ ਤਾਂ ਜਨਨੀ ਬਾਝ ਰਹੇ ਕਹੰਗ ਬਾਬੇ ਨੂਰ। ਤੁਲਸੀਦਾਸ ਦੇ ਬੋਲ ਹੈ, ਕਹਿੰਦੇ ਜੇ ਨਹੀਂ ਕਿੰਨਾ ਗੁਣਾਂ ਚੋਂ ਇੱਕ ਵੀ ਗੁਣ ਪੁੱਤਰ ਦੇ ਅੰਦਰ, ਤੇ ਫਿਰ ਜਨਨੀ ਨੂੰ ਬਾਝ ਰਹਿਣਾ ਚਾਹੀਦਾ। ਉਹ ਆਪਣੀ ਸੁੰਦਰਤਾ ਨੂੰ ਖਰਾਬ ਕਰਦੀ ਹੈ। ਬਹੁਤ ਵਾਰੀ ਦਾਸ ਨੇ ਬਚਨ ਕਹੇ ਵੀ ਕਈ ਵਾਰੀ ਐਸਾ ਹੋਇਆ ਵੀ ਇਹ ਆਇਆ ਹੀ ਕਿਉਂ ਸੰਸਾਰ ਤੇ। ਮਾਫ ਕਰਨਾ, ਕੱਲ ਇੱਕ ਘਟਨਾ ਵਾਪਰੀ ਮੇਰੇ ਸਾਹਮਣੇ। ਇਹ ਨਾ ਕਿਉਂ ਵੀ ਘਰ ਦੀਆਂ ਗੱਲਾਂ ਬਾਬਾ ਜੀ ਕਰ ਜਾਂਦੇ। ਮਾਂ ਪਿਓ ਨੇ ਆਪਣੇ ਪੁੱਤਰ ਨੂੰ, ਮੈਂ ਤੁਹਾਨੂੰ ਦੱਸ ਸਕਦਾ ਪਰ ਸਟੇਜ ਤੇ ਨਹੀਂ, ਇੱਕ ਉਹ ਯੂਪੀ ਤੋਂ ਮੇਰੇ ਖਿਆਲ ਇੱਧਰੋਂ ਆਏ, ਉਹਨਾਂ ਦੇ ਹਵਾਲੇ ਕਰਵਾਇਆ। ਕਿਉਂ? ਮਾਂ ਪਿਓ ਨੂੰ ਪੁੱਤਰ ਤੋਂ ਜਾਣ ਦਾ ਖਤਰਾ ਹੈ। ਉਹਨਾਂ ਨੂੰ ਡਰ, ਸਾਰੀ ਰਾਤ ਜਾ ਕੇ ਕੱਢਦੇ ਵੀ ਰਾਤ ਨੂੰ ਗੱਲ ਨਾ ਘੁੱਟਦੇ, ਤੇ ਉਹਨਾਂ ਨੂੰ ਪੁਲਿਸ ਨਾਲ ਸੱਦ ਕੇ ਜਾਂ ਉਹ ਕਿਤੇ ਉਹ ਜਿਹੜੇ ਕੇਂਦਰ ਉਹਨਾਂ ਨੇ ਬਣਾਏ ਹੋਏ, ਕੋਈ ਨਸ਼ਾ ਨਹੀਂ ਕਰਦਾ ਪੁੱਤਰ, ਮੈਂਟਲੀ ਤੌਰ ਤੇ ਇਹ ਤਾਂ ਨਸ਼ਾ ਛਡਾਊ ਕੇਂਦਰ ਖੋਲ੍ਹੇ ਉੱਥੇ, ਵੀ ਉਹ ਵੀ ਪਰਿਵਾਰ ਨੂੰ ਡਰ ਹੁੰਦਾ ਵੀ ਇਹ ਕਿਤੇ ਕੁਝ ਘਟਨਾ ਨਾ। ਇੱਕ ਵੈਸੇ ਹੀ ਕਈਆਂ ਦੀ ਬੁੱਧੀ ਇਹੋ ਜਿਹੀ, ਉਹ ਕਿਤੇ ਨਾ ਕਿਤੇ ਕਸੂਰ ਤੇ ਕਿਤੇ ਨਾ ਕਿਤੇ ਸਾਡਾ ਫਿਰ ਉਹ ਮਾਂ ਪਿਓ ਦਾ ਹੀ ਜਾਂਦਾ ਹੈ ਨਾ, ਕਿਤੇ ਚੰਗੇ ਨੂੰ ਕਰਮ। ਤੇ ਉਹ ਮਾਂ ਪਿਓ ਰਾਤ ਸੌਂਦੇ ਨਹੀਂ ਵੀ ਕਿਤੇ ਗਲਾ ਨਾ ਘੁੱਟਦੇ ਸੁੱਤੇ ਪਿਆ ਦਾ, ਫਿਰ ਉਹਨਾਂ ਨੂੰ ਇਹ ਕਰਨਾ ਪਿਆ। ਤੇ ਉਹ ਪਤਾ ਕੀ ਹੈ, ਹੁਣ ਉਹ ਮਾਂ ਪਿਓ ਕਹਿੰਦੇ ਇਹਦੇ ਨਾਲ ਉਹ ਨਾ ਹੀ ਆਉਂਦਾ, ਤੇ ਬਸ ਆਹੀ ਤੇ ਖੇਡ ਹੈ। ਕੋਈ ਨਾ ਹੁੰਦਾ ਵੀ ਠੀਕ ਸੀ, ਅਸੀਂ ਵਧੀਆ ਹੈ। ਮਹਾਰਾਜ ਇਹੀ ਤੇ ਗੱਲ ਕਹਿੰਦੇ ਉਹ ਚੰਗਾ ਜੀਵਨ ਆਪਣਾ ਬਣਾਵਾਂਗੇ ਤੇ ਚੰਗਾ ਅੱਗੇ ਸਮਾਜ ਸਿਰਜਿਆ ਜਾਣਾ। ਜੇ ਮੈਂ ਨਹੀਂ ਚੰਗਾ ਤੇ ਮੈਂ ਚੰਗੇ ਦੀ ਆਸ ਵੀ ਨਹੀਂ ਰੱਖ ਸਕਦਾ, ਔਰ ਚੰਗਾ ਹੋਏਗਾ ਵੀ ਨਹੀਂ ਜੇ ਮੈਂ ਨਹੀਂ ਚੰਗਾ। ਮਾਂ ਪਿਓ ਨਹੀਂ ਚੰਗੇ ਤੇ ਚੰਗਾ ਪੁੱਤਰ ਕਿੱਥੋਂ ਪੈਦਾ ਹੋਏਗਾ? ਮੈਂ ਨਹੀਂ ਚੰਗਾ, ਮੈਂ ਚੰਗਾ ਲੱਭਦਾ, ਮੈਂ ਕਿਉਂ ਨਹੀਂ ਚੰਗਾ ਬਣਦਾ? ਜਦੋਂ ਮੈਂ ਆਪਣੇ ਤੋਂ ਸ਼ੁਰੂ ਕਰਾਂਗਾ, ਹਾਂ ਨਹੀਂ ਚੰਗੇ, ਬੁਰਾ ਕੋਈ ਨਹੀਂ ਹੈ। ਗੱਲ ਇਹ ਵੀ ਅਸੀਂ ਚੰਗੇ ਨਹੀਂ ਹੈ। ਤੁਸੀਂ ਚੰਗੇ ਬਣ ਕੇ ਵੇਖੋ, ਤੁਹਾਨੂੰ ਰੱਬ ਹੀ ਮਿਲਣਗੇ ਜਿਹੜਾ ਮਿਲੇਗਾ। ਜੇ ਤੁਸੀਂ ਬੁਰੇ, ਜੇ ਤੁਸੀਂ ਕਹਿਣਾ ਮੈਂ ਕਿਸੇ ਨੂੰ ਹੱਥ ਤੱਕ ਨਹੀਂ ਮਿਲਾਉਣਾ, ਨਫ਼ਰਤ ਨਾਲ ਭਰਿਆ ਹੋਇਆ ਹਰੇਕ ਬੰਦਾ ਉਹ ਜੈਲਸੀ ਕਰ ਰਿਹਾ ਇੱਕ ਦੂਸਰੇ ਦੇ ਨਾਲ। ਕਾਰਨ ਇਹ ਅਸੀਂ ਖੁਦ ਨਹੀਂ ਹੈ ਚੰਗੇ। ਸੰਸਾਰ ਮਾੜਾ ਨਹੀਂ ਹੈ, ਬਹੁਤ ਚੰਗਾ ਹੈ ਸੰਸਾਰ, ਅਸੀਂ ਨਹੀਂ ਹੈ ਚੰਗੇ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਹਿਰਦੇ 'ਚ ਨਾਮ ਨਹੀਂ, ਫਿਰ ਮਾਤ ਕਿਤੇ ਦਾ ਅਰਥ ਇਹ ਵੀ ਹੈ ਵੀ ਉਹਨਾਂ ਦੀ ਮੱਤ ਬਾਂਝ ਹੋ ਜਾਂਦੀ। ਜਿਹੜੇ ਨਾਮ ਨਹੀਂ ਜਪਦੇ, ਮੱਤ ਵੀ ਬਾਂਝ ਹੁੰਦੀ ਹੈ। ਮਾਂ ਨੂੰ ਤੇ ਲਾਮਾ ਹੈ ਹੀ ਹੈ ਵੀ ਕਮਲੀਏ ਤੂੰ ਜੇ ਇਹੋ ਜਿਹੇ ਨੂੰ ਜਨਮ ਦੇਣਾ ਸੀ ਤੇ ਨਾ ਹੀ ਦੇਣੀਓ। ਜਿਹੜੀ ਦਾਸ ਬੇਨਤੀ ਅਸਲ ਅਰਥ ਇਹ ਹੀ ਹੈ ਨਾ ਇਹਦੇ, ਗੁਰੂ ਸਾਹਿਬ ਜੀ ਜੋ ਕਹਿ ਰਹੇ ਮੱਤ ਵੀ ਬਾਂਝ ਹੋ ਜਾਂਦੀ ਜਿਹੜੇ ਜਪਦੇ ਨਹੀਂ ਹੈ। ਬਾਂਝ ਤੇ ਅਸੀਂ ਉਹਨੂੰ ਕਹਿੰਦੇ ਆ ਜਿਹਦੀ ਕੁੱਖ ਸਫਲ ਨਹੀਂ ਹੁੰਦੀ ਹੈ। ਉਹ ਔਰਤ ਬਾਂਝ ਜਿਹੜੀ ਬੱਚੇ ਨੂੰ ਜਨਮ ਦਿੰਦੇ, ਤੇ ਮਹਾਰਾਜ ਕਹਿੰਦੇ ਜੇ ਤੇਰੇ ਅੰਦਰ ਕੋਈ ਚੰਗਾ ਗੁਣ ਨਹੀਂ ਤੇ ਮੱਤ ਤੇਰੀ ਵੀ ਬਾਂਝ ਹੈ। ਜੇ ਵਿੱਚੋਂ ਕੁਝ ਚੰਗਾ ਨਿਕਲੇਗਾ ਤੇ ਤੂੰ ਸਫਲ ਹੈ, ਨਹੀਂ ਤੇ ਬਾਂਝ ਹੀ ਹੈ। ਮੱਤ ਵੀ ਬਾਂਝ ਹੈ ਸਾਡੀ। ਜਿਨ੍ਹਾਂ ਦੇ ਹਿਰਦੇ 'ਚ ਨਾਮ ਨਹੀਂ ਵਸਿਆ, ਮਹਾਰਾਜ ਕਹਿੰਦੇ ਉਹ ਮਾਂ ਨੂੰ ਬਾਂਝ ਰਹਿਣਾ ਚਾਹੀਦਾ, ਉਹਨਾਂ ਦੀ ਮੱਤ ਬਾਂਝ ਹੋ ਜਾਂਦੀ ਹੈ। ਤਿਨ ਸੁਣੀ ਦੇਹ ਫਿਰ ਹੈ ਬਿਨ ਨਾਮ। ਜਿਨ੍ਹਾਂ ਦੇ ਅੰਦਰ ਨਾਮ ਨਹੀਂ, ਉਹਨਾਂ ਦੀ ਦੇਹ ਸੁੰਨੀ ਹੈ। ਜਿਵੇਂ ਸੁੰਜੇ ਘਰ ਕਾ ਪਹੁਣਾ, ਕਾਂ ਹੈ ਨਾ ਕਾਂ, ਉਹ ਸੁੰਜੇ ਘਰ 'ਚ ਨਹੀਂ ਜੇ ਜਾਂਦਾ, ਉੱਥੇ ਜਾਂਦਾ ਜਿੱਥੇ
ਟੋਕਰੀ 'ਚ ਰੋਟੀਆਂ ਪਈਆਂ ਹੋਈਆਂ ਨੇ ਛਾਪੇ 'ਚ, ਜਿੱਥੇ ਦਾਲ, ਜਿੱਥੇ ਆਟਾ ਕਿੰਦਰਿਆ ਹੋਇਆ, ਜਿੱਥੇ ਬੱਚੇ ਸਾਰਾ ਉਹ ਕਾਂ ਵੀ ਸੁੰਨੇ ਘਰ 'ਚ ਨਹੀਂ ਜਾਂਦਾ। ਸੁੰਨੇ ਘਰ ਕਾ ਪਹੁੰਚਣਾ ਜਿਉਂ ਆਇਆ ਤੋਂ ਹੁੰਦਾ ਹੈ। ਸੁੰਨੇ ਘਰ ਨਾ ਕੋਈ ਪ੍ਰਾਹੁਣਾ ਆਉਂਦਾ, ਜਿਹੋ ਜਿਹਾ ਆਉਂਦਾ ਚਲਾ ਜਾਂਦਾ, ਵਾਜਾ ਮਾਰ ਕੇ ਮੁੜ ਜਾਂਦਾ ਜੇ ਘਰੇ ਕੋਈ ਹੈ ਹੀ ਨਹੀਂ ਹੈ। ਮਰਦ ਕਹਿੰਦੇ ਉਹ ਸੁੰਨੀ ਦੇ ਫਿਰੇ ਬਿਨ ਨਾਵੇ। ਤਾਂ ਸਤਿਗੁਰਾਂ ਨੇ ਆਸਾ ਕੀ ਵਾਰ 'ਚ ਇੱਕ ਬਚਨ ਕਿਉਂ ਕਿਹਾ? ਕਹਿੰਦੇ ਫਸਲ ਬੀਜਦੇ ਨਾ, ਅਸੀਂ ਜਦੋਂ ਸੰਥਿਆ ਲੈਂਦੇ ਹੈ ਨਾ, ਹੁਣ ਵੀ ਕਿਤੇ ਮੈਨੂੰ 6 ਮਹੀਨੇ ਹੋਏ ਵਿਦਿਆਲੇ 'ਚ ਜਾਣ ਦਾ ਮੌਕਾ ਮਿਲਿਆ, ਉੱਥੇ ਨਾ ਤਿਲ ਬੀਜਦੇ ਹੁੰਦੇ ਹਨ। ਉਹ ਜ਼ਮੀਨ ਹੈਗੀ ਹੈ 1.25 ਕਿੱਲਾ ਗੁਰਦੁਆਰੇ ਦੇ ਵਿੱਚ ਹੀ। ਚਲੋ ਆਪਣੇ ਇਧਰ ਉਹ ਝੋਨਾ ਤੇ ਕਣਕ ਹੀ ਜਿਹੜੀ ਬੀਜਦੇ ਜਾਂਦੀ, ਉੱਥੇ ਨਾ ਤਿਲ ਬੀਜਦੇ ਤੇ ਅਸੀਂ ਵੱਡੇ ਬਹੁਤ ਮੇਰੀ ਤਿਲ ਬੱਚਿਆਂ ਨੂੰ ਸਾਨੂੰ ਲਾ ਦਿੰਦੇ ਹੁੰਦੇ ਹਨ ਵੀ ਚਲੋ ਤਿਲ ਵੱਢ ਕੇ ਪੰਡਾ ਬਣੀਏ। ਉਹ ਤਿਲ ਦਾ ਬੂਟਾ ਪੈਦਾ ਤਾਂ ਹੁੰਦਾ ਸੀ ਤੇ ਕਈਆਂ 'ਚ ਸਵਾਹ ਪੈ ਜਾਂਦੀ ਸੀ ਤਿਲਾਂ ਦੀ ਥਾਂ ਤੇ। ਗੁਰੂ ਸਾਹਿਬ ਨੇ ਆਸਾ ਦੀ ਵਾਰ 'ਚ ਇਹੀ ਬਚਨ ਕਹਿ, ਕਹਿੰਦੇ ਫਲੀਏ ਫੁੱਲੀਏ ਬਪੜੇ ਭੀ ਤਨ ਵਿੱਚ ਸੁਆਹ। ਹੁਣ ਉਹ ਵੀ ਹੈ ਤੇ ਉਹ ਵੀ ਪਲੇ ਰੇ ਸਪਰੇ ਤੇ ਉਹਨਾਂ ਨੂੰ ਵੀ ਹੋਈ ਜਿੰਨਾ 'ਚ ਸੁਆਹ ਪੈ ਗਈ। ਜ਼ਿਮੀਂਦਾਰ ਨੇ ਬੀਜਿਆ ਤੇ ਫਲ ਦੀ ਆਸ ਰੱਖ ਕੇ ਹੀ ਨਾ, ਤੇ ਮਹਾਰਾਜ ਕਹਿੰਦੇ ਉਹਨਾਂ ਨੇ ਰੇ ਵੀ ਖਾਧੀ, ਸਪਰੇ ਵੀ, ਉਹਨਾਂ ਨੇ ਪਾਣੀ ਵੀ ਪੀਤਾ, ਸਾਰਾ ਕੁਝ, ਪਰ ਕਹਿੰਦੇ ਵੈਸੇ ਉਹਨਾਂ ਦੇ ਵਿੱਚ ਸੁਆਹ ਭਰ ਗਈ। ਮਹਾਰਾਜ ਕਹਿੰਦੇ ਨੇ ਉਹ ਇਹੋ ਜਿਹੇ ਇਨਸਾਨ ਨੇ, ਉਹ ਛੁੱਟੇ ਤਿਲ ਬਵਾੜ ਜਿਉਂ ਸੁੰਨੇ ਅੰਦਰ, ਖੇਤ ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋ ਨਾ, ਫਲੀਏ ਫੁੱਲੀਏ ਬਪੜੇ ਭੀ ਤਨ ਵਿੱਚ ਸੁਆਹ। ਉਹ ਫਿਰ ਪਤਾ ਵੱਢਣ ਲੱਗਿਆ ਕੀ ਕਰਦੇ ਜ਼ਿਮੀਂਦਾਰ, ਉਹ ਜਿਨ੍ਹਾਂ 'ਚ ਸੁਆਹ ਭਰੀ ਹੁੰਦੀ ਉਹਨੂੰ ਵੱਢਦਾ ਨਹੀਂ। ਉਹ ਕਹਿੰਦੇ ਇਹਦਾ ਕੀ ਕਰਨਾ, ਆ ਕਣਕ ਵੱਢੀ ਦੀ ਨਿੱਕੇ ਨਿੱਕੇ ਹੁੰਦੇ ਆ, ਤੇ ਉਹ ਜਿਹੜੇ ਜੌਂ ਜਾਂ ਜਿਹੜੀ ਹੁੰਦੀ ਹੈ ਨਾ ਵਿੱਚ ਉਹ ਗੰਦ ਉੱਗ ਪੈਂਦਾ, ਉਹਨਾਂ ਨੂੰ ਸਿੱਧਾ ਸ਼ਬਦ ਵਰਤਦੇ ਆ, ਉਹਨਾਂ ਨੂੰ ਵਿੱਚ ਛੱਡ ਦਿੱਤਾ ਜਾਂਦਾ ਹੈ ਹੱਥ ਨਾਲ। ਜਦੋਂ ਕਣਕ ਵੱਢੀ ਜਾਂਦੀ ਸੀ ਉਹ ਫਿਰ ਖਸਮ ਹੀ ਉੱਥੇ ਪੈ ਰਹੇ ਨੇ, ਜਾਂ ਤੇ ਉਹ ਫਿਰ ਪਸ਼ੂ ਉਹਨਾਂ ਨੂੰ ਆਣ ਕੇ ਖਾਂਦੇ ਹਨ, ਤੇ ਜਾਂ ਵੈਸੇ ਹੀ ਉਹ ਫਲ ਕੇ ਫੁੱਲ ਕੇ ਨਾ ਫਿਰ ਗਰਕ ਹੋ ਜਾਂਦੇ, ਉਹਦੇ ਖੜੇ ਖੜੋਤੇ ਹੀ ਉਹ ਨਹੀਂ ਕੋਈ, ਉਹ ਫਿਰ ਗੱਲ ਛੱਡ ਜਾਂਦੇ ਹਨ ਉੱਥੇ ਹੀ। ਮਹਾਰਾਜ ਕਹਿੰਦੇ ਜਿਹੜੇ ਨਾਮ ਨਹੀਂ ਜਪਦੇ ਬਸ ਇਹੋ ਜਿਹੀ ਹਾਲਤ ਹੁੰਦੀ ਉਹਨਾਂ ਦੀ ਕੋਈ ਸਾਰ ਨਹੀਂ ਜੇ ਲੈਂਦਾ, ਕਿਉਂਕਿ ਫਲ ਨਹੀਂ ਨਾ, ਉਹਨਾਂ 'ਚ ਗੁਣ ਨਹੀਂ ਹੈ ਨਾ, ਤੇ ਜਿੰਨਾ 'ਚ ਗੁਣ ਨਹੀਂ ਸੰਸਾਰ ਨੇ ਲੈਣਾ ਵੀ ਉਹਨਾਂ ਨੂੰ ਕੀ ਹੈ। ਫਿਰ ਉਹ ਜ਼ਿਮੀਂਦਾਰ ਛੱਡ ਦਿੰਦਾ, ਉਹਨਾਂ ਨੂੰ ਖਸਮੇ ਪੈ ਰਹਿੰਦੇ ਹੋ, ਤੇ ਜਿਨ੍ਹਾਂ 'ਚ ਫਲ ਹੁੰਦੇ ਉਹਨਾਂ ਦੀਆਂ ਪੰਡਾ ਬੰਨ੍ਹ ਕੇ ਘਰੇ ਲੈ ਜਾਂਦਾ ਹੈ। ਬਸ ਮਨੁੱਖ ਵੀ ਇਹੋ ਜਿਹੇ ਸਾਨੂੰ ਸੰਸਾਰ 'ਚ, ਜਿਨ੍ਹਾਂ 'ਚ ਗੁਣ ਨਹੀਂ ਹੈ। ਉਹ ਫਲ ਦੇ ਫੁੱਲ ਦੇ ਤੇ ਹੈ, ਜਿਉਂਦੇ ਤੇ ਹੈ, ਅੰਦਰ ਸੁਆਹ ਭਰੀ ਹੋਈ ਉਹਨਾਂ ਦੇ। ਮਹਾਰਾਜ ਕਹਿੰਦੇ ਆ ਤਿੰਨ ਸੁੰਨੀ ਦੇ ਫਿਰੇ ਬਿਨ ਨਾ ਬੈ, ਨਾਮ ਤੋਂ ਬਗੈਰ ਸੁੰਨੀ ਦੇ ਲੈ ਕੇ ਤੁਰੇ ਫਿਰਦੇ ਹਨ। ਖੱਪ ਖੱਪ ਮੂਏ ਕਰਾਂਜਾ, ਉਹ ਖੱਪ ਕੇ ਫਿਰ ਮਰ ਗਏ। ਦੱਸ ਨੇ ਉਹ ਤੇਲ ਜਿਹੜਾ ਛੱਡ ਦਿੱਤਾ ਖੇਤ 'ਚ, ਬਸ ਉਹੋ ਜਿਹੀ ਹਾਲਤ ਫਿਰ ਹੁੰਦਿਆਂ ਦੀ। ਉਹ ਖੱਪ ਕੇ ਇੱਕ ਦਿਨ ਮਰ ਜਾਂਦੇ, ਉਹਨਾਂ ਨੂੰ ਪੁੱਛਦਾ ਹੀ ਕੋਈ ਨਹੀਂ, ਉਹਨਾਂ ਦੀਆਂ ਪੰਡਾ ਕੋਈ ਨਹੀਂ ਮੰਨਦਾ, ਕਿਉਂਕਿ ਉਹਨਾਂ ਤੋਂ ਆਸ ਹੀ ਕੋਈ ਨਹੀਂ। ਨਿਕੰਮੇ ਬੰਦੇ ਤੋਂ ਕੋਈ ਬੰਦਾ ਆਸ ਨਹੀਂ ਰੱਖਦਾ, ਬਸ ਉਹ ਨਿਕੰਮੇ ਹੈ ਜਿਹੜੇ ਨਾਮ ਨਹੀਂ ਜਪਦੇ ਆ, ਤੇ ਜਿਹੜੇ ਬੰਦਗੀ ਨਹੀਂ, ਜਿਨ੍ਹਾਂ ਦੇ ਅੰਦਰ ਸੱਚ ਨਹੀਂ ਹੈ। ਮਹਾਰਾਜ ਕਹਿੰਦੇ ਪੈਦਾ ਤੇ ਹੋਏ ਪਰ ਇੱਕ ਦਿਨ ਸੜ ਸੁੱਕ ਜਾਂਦੇ ਨੇ ਆਪਣੇ ਆਪ ਦੇ ਵਿੱਚ ਹੀ। ਮੇਰੇ ਮਨ ਜਪ ਰਾਮ ਨਾਮ ਹਰਿ ਬਾਜਾ, ਇਹ ਮੇਰੇ ਮਨ ਹਿਰਦੇ 'ਚ ਮਾਝਾ, ਹਿਰਦੇ ਦੇ ਅੰਦਰ ਇਹਦਾ ਅਰਥ ਇਹ ਹੈ। ਮਾਝੇ ਦਾ ਅਰਥ ਵੈਸੇ ਚਲੋ ਆਪਾਂ ਹੋਰ ਵੀ ਕਰ ਸਕਦੇ ਹਾਂ, ਉਹ ਕਿ ਬੇਸ਼ੁਮਾਰ ਕੀਮਤੀ ਹੈ ਨਾਮ ਪ੍ਰਮਾਤਮਾ ਦਾ ਹਰਦਾ, ਜਾਂ ਅਸਲ ਦੇ ਅੰਦਰ ਹਿਰਦੇ ਮਾਹੇ ਮਾਝੇ ਦਾ ਅਰਥ ਇਹ ਹੈ ਵੀ ਹਿਰਦੇ 'ਚ ਨਾਮ ਟਿਕਾ, ਮੇਰੇ ਮਨ ਜਪ ਰਾਮ ਨਾਮ ਹਰਿ ਮਾਝਾ। ਹਿਰਦੇ ਦੇ ਅੰਦਰ ਉਹਨੂੰ ਜਪ ਰਾਮ ਦੇ ਨਾਮ ਸਦਾ ਉਹਦੇ ਨਾਲ ਜੁੜ, ਜਿਹਨੇ ਤੈਨੂੰ ਪੈਦਾ ਕੀਤਾ। ਜਪ ਮਨ ਮੇਰੇ ਉਹ ਨਾਮ ਦਾ ਮਨ ਮੇਰੇ ਗਹੁ ਹਰਿ ਨਾਮ ਕਉਲਾ। ਇਹ ਸਾਰੇ ਉਪਦੇਸ਼ ਮਨ ਕਰਕੇ ਫਿਰ ਮਹਾਰਾਜ ਕਹਿੰਦੇ ਮਨ ਜਪਿਆ ਕਰ, ਉਹਦੇ ਨਾਮ ਨੂੰ ਹਿਰਦੇ 'ਚ ਵਸਾ ਲੈਣਾ ਕਰ ਸਦਾ ਵਾਸਤੇ। ਹਰਿ ਹਰਿ ਕਿਰਪਾਲ ਕਿਰਪਾ ਪ੍ਰਭ ਤਾਰੇ, ਉਸ ਕਿਰਪਾਲੂ ਦਿਆਲੂ ਵਾਹਿਗੁਰੂ ਨੇ ਹਰ ਨੇ ਜਦੋਂ ਕਿਰਪਾ ਕੀਤੀ, ਗੁਰ ਗਿਆਨ ਦਿਓ ਮਨ ਸਮਝਾ। ਗੁਰੂ ਨੇ ਗਿਆਨ ਦਿੱਤਾ ਤੇ ਮਨ ਸਮਝ ਗਿਆ। ਮਨ ਦੀ ਤੇ ਸਾਡੀ ਖੇਡ ਹੈ, ਮਨ ਤੇ ਸਮਝਦਾ ਹੀ ਨਹੀਂ। ਮਨ ਅੜਪ ਘੋੜੇ ਦੀ ਤਰ੍ਹਾਂ ਹੈ, ਤੇ ਘੋੜੇ ਤੇ ਉਹ ਕਾਠੀ ਪਾਉਂਦੀ ਨਾ, ਜਦੋਂ ਸਵਾਰੀ ਅੜਪ ਘੋੜੇ ਤੇ ਕਾਠੀ ਪਾਉਂਦਾ, ਉਹਨੂੰ ਬੜੀ ਮੁਸ਼ੱਕਤ ਕਰਨੀ ਪੈਂਦੀ, ਸੱਟਾਂ ਵੀ ਲੱਗਦੀਆਂ ਬਹੁਤ ਕੁਝ। ਮਰਦ ਕਹਿੰਦੇ ਜਾਂ ਘੋੜਾ ਬਿਮਾਰ ਹੋ ਜਾਏ ਨਾ, ਅੜਪ ਘੋੜਾ, ਤੇ ਜਦੋਂ ਉਹਨੂੰ ਦਵਾਈ ਮਸਾਲੇ ਦਿੱਤੇ ਜਾਂਦੇ ਨਾ, ਕਾੜਾ ਦਿੱਤਾ ਜਾਂਦਾ, ਉਹ ਅੜਪ ਘੋੜਾ ਬੜਾ ਔਖਾ ਹੋ ਕੇ ਕਾੜਾ ਲੈਂਦਾ। ਤੇ ਜੇ ਤੇ ਮਾਲਕ ਆਖੇ ਵੀ ਇਹਨੇ ਕਾੜਾ ਲੈਣੇ ਨਹੀਂ, ਛੱਡ ਦਿਓ, ਤੇ ਉਹ ਘੋੜਾ ਤੇ ਬਿਮਾਰ ਹੋ ਕੇ ਮਰ ਜਾਏਗਾ।
ਮਨ ਵੀ ਸਾਡਾ ਅੜਬ ਘੋੜੇ ਦੀ ਤਰ੍ਹਾਂ, ਜੇ ਇਹਨੂੰ ਸਿੱਧਾ ਕਰਨਾ ਹੈ ਤੇ ਇਹਦੇ ਨਾਲ ਜੂਝਣਾ ਪੈਣਾ ਸਾਨੂੰ, ਨਹੀਂ ਤੇ ਇਹਨੇ ਸਿੱਧਾ ਕੋਈ ਨਹੀਂ ਹੋਣਾ। ਇਹਦੇ ਨਾਲ ਸਾਨੂੰ ਜਦੋਜਹਿਦ ਕਰਨੀ ਪੈਣੀ ਹੈ। ਇਹਨੂੰ ਕਾੜਾ ਦੇਣ ਦੀ ਨਾ ਹੋ ਸਕਦਾ ਸਾਨੂੰ ਪੈਰ ਵਧਾਉਣੇ ਪੈਣ, ਉਹ ਘੋੜਾ ਨਾ ਕਈ ਵਾਰੀ ਉੱਤੇ ਪੈਰ ਮਾਰਦਾ ਹੈ, ਉਹ ਜਿਹੜਾ ਕਾੜਾ ਦਿੰਦੇ ਆ ਪਸ਼ੂਆਂ ਨੂੰ ਕਾੜਾ ਜੋ ਦਿੱਤਾ ਜਾਂਦਾ। ਮਹਾਰਾਜ ਕਹਿੰਦੇ ਮਨ ਤੇ ਅੜਬ ਘੋੜੇ ਦੀ ਤਰ੍ਹਾਂ ਹੈ। ਹਾਂ ਗਿਆਨ ਨਾਲ ਹੀ ਸਮਝ ਸਕਦੇ। ਹੁਣ ਉਹੀ ਘੋੜਾ ਹੈ, ਗੁਰੂ ਸਾਹਿਬ ਦੇ ਘੋੜੇ ਹਨ, ਗੁਰੂ ਗੋਬਿੰਦ ਸਿੰਘ ਸਾਹਿਬ ਦੇ। ਉਹ ਤੰਬਾਕੂ ਇੰਨੇ ਸਿਆਣੇ ਸਨ, ਗੁਰੂ ਸਾਹਿਬ ਨੇ ਸਮਝਾਇਆ। ਇੱਕ ਘੋੜੇ ਨੂੰ ਹਾਥੀ ਹੈ, ਉਹ ਆਟਾ ਮੰਗਦਾ ਫਿਰਦਾ ਲੋਕਾਂ ਦੇ ਘਰਾਂ 'ਚ, ਬਹੁਤ ਤਾਕਤ, ਤੇ ਦਰਖਤ ਵੱਡੇ ਵੱਡੇ ਪੁੱਟ ਦਿੰਦਾ ਹੈ। ਸਮਝਿਆ ਕਾਬੂ 'ਚ ਆ ਜਾਂਦੇ ਆ, ਵੈਸੇ ਤੱਕ ਜ਼ੋਰ ਨਾਲ ਨਹੀਂ ਇਹਨਾਂ ਨੂੰ ਆਪਾਂ ਕਾਬੂ ਕਰ ਸਕਦੇ। ਬਸ ਗੁਰ ਗਿਆਨ ਦਿਓ ਮਨ ਸਮਝਾ, ਮਨ ਸਮਝ ਗਿਆ, ਗੁਰੂ ਤੋਂ ਗਿਆਨ ਲੈ ਲਿਆ, ਹੁਣ ਨਹੀਂ ਇਹ ਤੰਗ ਕਰਦਾ। ਘੋੜਾ ਜਦੋਂ ਪਹਿਲੀ ਵਾਰੀ ਸਵਾਰੀ ਕਰਨੀ, ਮੁੜ ਕੇ ਤੇ ਤੰਗ ਕੋਈ ਨਹੀਂ, ਮੁੜ ਕੇ ਤੇ ਲਗਾਮ ਵੀ ਪਾਓ ਚਾਹੇ ਨਾ ਪਾਓ, ਸਵਾਰ ਬੜੇ ਵਧੀਆ ਤਰੀਕੇ ਨਾਲ, ਕਿਉਂਕਿ ਹੁਣ ਉਹ ਸਮਝ ਗਿਆ, ਉਹਨੂੰ ਪਤਾ ਹੈ ਵੀ ਇਹਦੀ ਸਵਾਰੀ ਮੈਂ ਕਰਾਉਣੀ ਹੈ। ਬਸ ਇਸ ਤਰ੍ਹਾਂ ਅੜਪ ਮਨ ਨੂੰ ਸਮਝਾ ਲੈਣਾ ਚਾਹੀਦਾ, ਗਿਆਨ ਨਾਲ ਹੀ ਇਹਨੇ ਸਮਝਣਾ ਹੈ। ਸਮਝੇਗਾ ਉਦੋਂ ਜਦੋਂ ਵਾਹਿਗੁਰੂ ਕਿਰਪਾ ਕਰੇਗਾ। ਹਰ ਕੀਰਤ ਕਲ ਜੁਗ ਪਾਦੇ ਉਤਮ, ਕਲ ਯੁਗ ਦੇ ਅੰਦਰ ਨਾ ਹਰ ਕੀਰਤੀ ਸਾਰਿਆਂ ਤੋਂ ਉੱਤਮ ਹੈ। ਕਲ ਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਹਰ ਪਾਈਐ ਸਤਿਗੁਰ ਮਾਝਾ। ਇਹ ਕੀਰਤਨ ਜਿਹੜਾ ਹੈ ਨਾ, ਇਹ ਰੱਬ ਦੀ ਕੀਰਤੀ ਹੈ, ਪਾਈਏ ਸਤਿਗੁਰ ਮਾਝਾ, ਸਤਿਗੁਰਾਂ ਦੇ ਪਾਸੋਂ ਪ੍ਰਾਪਤ ਹੋਣੇ। ਇੱਥੇ ਬੈਠੇ ਹੀ ਵਾਹਿਗੁਰੂ ਵਾਹਿਗੁਰੂ ਜਪਿਆ ਜਾਣਾ ਹੈ। ਬਲਿਹਾਰੀ ਸਤਿਗੁਰ ਆਪਣੇ, ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ ਹਾਂ। ਜਿਨ ਗੁਪਤ ਨਾਮ ਪ੍ਰਗਾਜਾ, ਜਿਹਨੇ ਗੁਪਤ ਨਾਮ ਸੀ ਅੰਦਰੋਂ ਨੂੰ ਪ੍ਰਗਟ ਕਰ ਦਿੱਤਾ। ਨਾਮ ਸਾਡੇ ਅੰਦਰ ਹੀ ਪਿਆ ਗੁਰੂ, ਸਿਰਫ ਉਹਨੂੰ ਪ੍ਰਗਟ ਕਰਨਾ ਹੈ। ਅੰਦਰ ਖੂਹ ਹੈ ਅੰਮ੍ਰਿਤ ਦਾ, ਉਹਨੂੰ ਬਸ ਅਸੀਂ ਉਹ ਉੱਥੋਂ ਤੱਕ ਪਹੁੰਚਣਾ ਹੈ, ਤੇ ਪਹੁੰਚਾਂਗੇ ਸ਼ਬਦ ਦੇ ਰਾਹੀਂ। ਤੇ ਮਹਾਰਾਜ ਕਹਿੰਦੇ ਫਿਰ ਪ੍ਰਗਟ ਹੋ ਜਾਂਦਾ ਜਿਹੜਾ ਅੰਦਰ ਨਾਮ ਪਿਆ ਹੋਇਆ ਹੈ। ਦਰਸ਼ਨ ਸਾਧ ਮਿਲਿਓ ਵਡ ਭਾਗੇ, ਵਡ ਭਾਗੀਆਂ ਨੂੰ ਸਾਧੂ ਦੇ ਦਰਸ਼ਨ, ਸਾਧੂ ਹੈ ਗੁਰੂ ਦੇ ਦਰਸ਼ਨ ਪ੍ਰਾਪਤ ਹੁੰਦੇ ਹਨ। ਸਭ ਤਿਲ ਵਿਖ ਗਏ ਗਵਾਜਾ, ਜਦੋਂ ਗੁਰੂ ਸਾਹਿਬ ਦੇ ਦਰਸ਼ਨ ਹੋ ਗਏ, ਫਿਰ ਪਾਪ ਅੰਦਰੋਂ ਗਵਾਚਾ ਚਲੇ ਜਾਂਦੇ, ਗਵਾਚ ਜਾਂਦੇ, ਨਸ ਜਾਂਦੇ ਹਨ। ਸਤਿਗੁਰ ਸਾਹੂ ਪਾਇਆ ਵਡ ਦਾਣਾ, ਸਤਿਗੁਰੂ ਅਸਲੀ ਸ਼ਾਹੂ ਹੈ, ਸ਼ਾਹੂਕਾਰ ਹੈ, ਵੱਡ ਦਾਣਾ, ਉਹ ਬਹੁਤ ਵੱਡਾ ਦਾਨਾ ਸਿਆਣਾ ਹੈ ਜੀ। ਹਰ ਕੀਏ ਬਹੁ ਗੁਣ ਸਾਂਝਾ, ਜਿਹਦੇ ਕੋਲ ਬੈਠ ਕੇ ਬਹੁ ਗੁਣ ਸਾਂਝਾ ਕੀਤੇ। ਗੁਰੂ ਕੋਲ ਅਸੀਂ ਗੋਣੀ ਤੇ ਸਿੱਖਣ ਆਉਣੇ ਆ। ਬੈਠੋ ਚੰਗੇ, ਕਿਸੇ ਇਨਸਾਨ ਕੋਲ ਚੰਗਾ ਗੁਣ ਮਿਲੇਗਾ, ਗੁਰੂ ਕੋਲ ਬੈਠੋਗੇ ਤੇ ਰੱਬ ਨੂੰ ਮਿਲਣ ਦੀ ਪ੍ਰੇਰਨਾ ਮਿਲੇਗੀ। ਜਿਨ ਕੋ ਕਿਰਪਾ ਕਰੇ ਜਗ ਜੀ, ਹਾਂ, ਜਿਹਦੇ ਤੇ ਜਗ ਨੂੰ ਜੀਵਨ ਦੇਣ ਵਾਲੇ ਵਾਹਿਗੁਰੂ ਨੇ ਕਿਰਪਾ ਕਰ ਦਿੱਤੀ। ਹਰ ਗੁਰ ਧਾਰਿਓ ਮਨ ਮਾਝਾ, ਉਹਨਾਂ ਨੇ ਹਿਰਦੇ 'ਚ ਮਨ ਦੇ ਵਿੱਚ ਉਸ ਵਾਹਿਗੁਰੂ ਨੂੰ ਧਾਰਨ ਕਰ ਲਿਆ ਜੀ। ਧਰਮ ਰਾਏ ਦਰ ਕਾਗਦ ਫਾੜ, ਜਿਹੜੇ ਗੁਰੂ ਚਰਨਾਂ ਨਾਲ ਜੁੜ ਕੇ ਧਰਮ ਰਾਜ ਉਹਨਾਂ ਦੇ ਕਾਗਜ਼ ਫਾੜ ਦਿੰਦਾ ਹੈ। ਜਨ ਨਾਨਕ ਲੇਖਾ ਸਮਝਾ, ਜਿਨ੍ਹਾਂ ਨੇ ਇੱਥੇ ਲੇਖਾ ਸਮਝ ਲਿਆ ਨਾ, ਉਹ ਫਿਰ ਧਰਮ ਰਾਏ ਕਾਗਜ਼ ਫਾੜ ਦਿੰਦੇ, ਉਹ ਸੁਰਖਰੂ ਹੋ ਕੇ ਜਾਂਦੇ ਨੇ ਸੰਸਾਰ ਦੇ ਉੱਪਰ। ਅਸੀਂ ਜਿੱਥੇ ਜਾਣਾ ਹੈ ਉਥੋਂ ਦੇ ਰੂਲ ਫੋਲੋ ਕਰੀਏ, ਪਹਿਲਾਂ ਹੀ ਸਿੱਖ ਲਈਏ, ਤੇ ਫਿਰ ਮੁਸ਼ਕਲ ਕੋਈ ਨਹੀਂ ਜੀ ਉੱਥੇ ਆਉਂਦੀ ਗੁਰਮੁਖੋ। ਤੇ ਜੇ ਆਪ ਉਧਰ ਉੱਥੇ ਜੀਵਨ ਜਿਉਵਾਂਗੇ ਫਿਰ ਤੇ ਮੁਸ਼ਕਲ ਆ। ਮੰਨ ਲਓ ਇੱਧਰੋਂ ਬੱਚਾ ਵਿਦੇਸ਼ ਜਾਂਦਾ, ਜੋ ਉੱਥੋਂ ਦੇ ਰੂਲ ਨਹੀਂ ਫੋਲੋ ਕਰੇਗਾ, ਉਹਨੂੰ ਬੜੀਆਂ ਪਰੇਸ਼ਾਨੀਆਂ ਆਉਣਗੀਆਂ। ਤੇ ਜੇ ਇੱਥੇ ਹੀ ਪੜ੍ਹ ਲੈਂਦਾ, ਸਿੱਖ ਲੈਂਦਾ, ਭਾਈ ਉਧਰ ਇਸ ਤਰ੍ਹਾਂ ਚੱਲਣਾ ਪੈਣਾ, ਉਹ ਇੱਥੋਂ ਹੀ ਸ਼ੁਰੂ ਕਰਦਾ, ਭਾਈ ਉਸ ਤਰ੍ਹਾਂ ਹੀ ਰਹਿਣਾ, ਫਿਰ ਉਹਨੂੰ ਕੋਈ ਮੁਸ਼ਕਲ ਨਹੀਂ, ਕੋਈ ਪਰੇਸ਼ਾਨੀ ਨਹੀਂ। ਜਿੱਥੇ ਅਸੀਂ ਜਾਣਾ ਹੈ ਉਸ ਘਰ ਦੀ ਖਬਰ ਗੁਰੂ ਕੋਲੋਂ ਪ੍ਰਾਪਤ ਕਰ ਲਈਏ, ਫਿਰ ਉੱਥੇ ਮੁਸ਼ਕਲ ਕੋਈ ਨਹੀਂ ਆਏਗੀ। ਫਿਰ ਤੇ ਰੇ ਦਰਗਾਹ ਕਹੇ ਨਾ ਕੋ, ਆਓ ਬੈਠ ਆਦਰ ਸ਼ੁਭ ਦਿਓ। ਆਓ ਜੀ, ਗੁਰੂ ਅਰਜਨ ਸਾਹਿਬ ਜੀ ਦਾ ਜੋ ਪ੍ਰਕਾਸ਼ ਦਿਹਾੜਾ, ਕੁਝ ਕੁ ਬੇਨਤੀਆਂ ਦਾਸ ਨੇ ਸਾਂਝੀਆਂ ਕਰਨੀਆਂ। ਸਮਾਂ ਸਾਡੇ ਕੋਲ ਸੀਮਤ ਹੀ ਬਚਿਆ। ਅੱਜ ਦੇ ਦਿਨ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਗੁਰੂ ਰਾਮਦਾਸ ਮਹਾਰਾਜ ਔਰ ਬੀਬੀ ਭਾਨੀ ਦੀ ਕੁੱਖ ਤੋਂ ਜੋ ਵਿਸਾਖ ਮਹੀਨੇ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ। ਆਪ ਜੀ ਕਿਤੇ ਗੋਇੰਦਵਾਲ ਸਾਹਿਬ ਜਾਂਦੇ ਹੋ, ਉੱਥੇ ਨੇ ਇੱਕ ਨਿੱਕਾ ਜਿਹਾ ਕਮਰਾ ਬਣਿਆ, ਮੇਰੇ ਖਿਆਲ ਵੀ ਉਹ ਹੋਏਗਾ ਘੱਟੋ 6x6 ਦਾ, ਇੰਨਾ ਵੀ ਹੋਣਾ, 5 ਜਾਂ 6x6 ਦਾ ਹੀ ਨਿੱਕਾ ਜਿਹਾ ਕਮਰਾ। ਉਹਦੇ 'ਚ ਕਮਰੇ 'ਚ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਉੱਥੇ ਲਿਖਿਆ ਹੈ ਬਾਹਰ, ਗੁਰੂ ਅਰਜਨ ਸਾਹਿਬ ਜੀ ਦਾ ਪ੍ਰਕਾਸ਼ ਸਥਾਨ। ਗੁਰੂ ਸਾਹਿਬ ਦਾ ਜਿਹੜਾ ਜਨਮ ਉਹ ਨਾਨਕਿਆਂ ਤੇ ਹੋਇਆ ਹੈ। ਨਾਨਕੀ ਦਾ ਜਨਮ ਨਾਨਕਿਆਂ ਤੇ ਚਹਿਲ ਪਿੰਡ ਹੋਇਆ ਸੀ, ਤੇ ਨਾਂ ਰੱਖ ਦਿੱਤਾ ਨਾਨਕਿਆਣੀ, ਨਾਨਕਿਆਂ ਦੀ। ਉਹ ਨਾ ਹੀ ਉਹ ਪੈ ਗਿਆ ਨਾਨਕਿਆਂ ਦੀ, ਵੀ ਇਹ ਨਾਨਕਿਆਂ ਦੀ, ਨਾਨਕਿਆਂ ਦੇ ਜਨਮ ਹੋਇਆ।
ਉਹਨੇ ਅੱਗੇ ਬੇਨਤੀ ਕੀਤੀ, ਹੁਣ ਤੇ ਹੋਰ ਹੀ ਸਮਾਂ ਆ ਗਿਆ ਜੀ। ਹੁਣ ਤੇ ਪਹਿਲੀ ਗੱਲ ਤੇ ਹੁਣ ਤੇ ਲੋਕ ਕਹਿੰਦੇ ਵਿਦੇਸ਼ ਹੀ ਕਿਤੇ ਬੱਚਾ ਪੈਦਾ ਹੋਵੇ ਉਹ ਪੱਕਾ ਹੋ ਜਾਏਗਾ, ਸੈੱਟ ਹੋ ਜਾਏਗਾ। ਉਹ ਆ ਹੁਣ ਲੋਕਾਂ ਦੀ ਸੋਚ ਦੂਸਰੇ ਪਾਸੇ ਨੂੰ ਚਲੀ ਗਈ ਹੈ। ਅੱਗੇ ਨਾ ਕਹਿੰਦੇ ਪੰਜਾਬ ਦੀ ਧਰਤੀ ਤੇ ਜਨਮ ਹੋਇਆ, ਭਾਗਾਂ ਵਾਲਾ ਸਰੀਰ ਹੈ ਜਿਹੜਾ ਪੰਜਾਬ 'ਚ ਆਉਂਦਾ ਹੈ। ਚਲੋ ਹੁਣ ਸਮੇਂ ਨਾਲ ਕੁਝ ਥੋੜ੍ਹਾ ਜਿਹਾ ਬਦਲਿਆ। ਹੁਣ ਤੇ ਅੱਗੇ ਉਦੋਂ ਨਾਨਕਿਆਂ ਤੇ ਜਾਂ ਤੇਰਾ ਦਾਦਕਿਆਂ ਦੇ ਲੋਕ ਪੁੱਛਦੇ ਵੀ ਤੇਰਾ ਜਨਮ ਕਿੱਥੇ ਹੋਇਆ, ਤੇ ਜਿਹੋ ਜਿਹਾ ਵਾਰ ਹੁੰਦਾ ਸੀ ਉਹੋ ਜਿਹੇ ਨਾਮ ਹੀ ਰੱਖ ਦਿੰਦੇ ਹੁੰਦੇ ਹਨ। ਇਹ ਬੁੱਧਵਾਰ ਹੋਇਆ, ਇਹਦਾ ਨਾਮ ਬੁੱਧ ਸਿੰਘ ਰੱਖ ਦਿਓ ਜੀ, ਇਹਦਾ ਨਾਮ। ਜੇ ਕਿਸੇ ਦਰਖਤ ਘਰੇ ਕਿਸੇ ਦੇ ਲੱਗਾ ਹੁੰਦਾ ਸੀ ਤਾਂ ਪਿੱਪਲ ਸਿੰਘ, ਕਿੱਕਰ ਸਿੰਘ, ਉਹ ਦਰਖਤਾਂ ਦੇ ਨਾਂ ਦੇ ਨਾਂ ਜਿਹੋ ਜਿਹਾ ਮਾਹੌਲ ਜਾਂਦਾ ਸੀ ਨਾ ਉਹੋ ਜਿਹਾ ਨਾਂ ਰੱਖ ਦਿੰਦੇ ਹੁੰਦੇ ਸੀ। ਤੇ ਹੁਣ ਤੇ ਹੋਰ ਗੱਲਾਂ ਹੋ ਗਈਆਂ ਨੇ। ਉਹ ਇੱਕ ਪਰਿਵਾਰ ਨਾਲ ਮੇਰੀ ਸਾਂਝ ਹੈਗੀ, ਉਹ ਉਹਨਾਂ ਦੇ 3 ਭਰਾ ਨੇ ਤੇ ਦਰਖਤਾਂ ਦੇ ਹੀ ਨਾਂ ਨੇ ਤਿੰਨਾਂ ਦੇ। ਉਹ ਮੇਰੇ ਘਰ 'ਚ ਦਰਖਤ ਹੋਣਗੇ ਵੀ ਉਹ ਨਾਂ ਇਹੋ ਜਿਹੇ ਰੱਖ ਲੈਂਦੇ ਹਨ। ਗੁਰੂ ਸਾਹਿਬ ਦਾ ਨਾਨਕਿਆਂ ਦੇ ਤੇ ਬੜੀ ਬੰਦਗੀ ਵਾਲਾ ਪਰਿਵਾਰ ਹੈ ਨਾਨਕਿਆਂ ਦਾ। ਗੁਰੂ ਅਰਜਨ ਸਾਹਿਬ ਦੇ ਦਾਸ ਨੇ ਹੁਕਮਨਾਮਾ ਵੀ ਇਹੀ ਹੈ, ਬੰਦਗੀ ਤੋਂ ਬਗੈਰ ਗੁਰੂ ਅਰਜਨ ਸਾਹਿਬ ਪੈਦਾ ਨਹੀਂ ਹੋ ਸਕਦੇ। ਮਾਂ ਦੀ ਬੰਦਗੀ ਨਹੀਂ ਤੇ ਗੁਰੂ ਅਰਜਨ ਸਾਹਿਬ ਕਿੱਥੋਂ ਪੈਦਾ ਹੋਣਗੇ। ਮਸਕੀਨ ਸਾਹਿਬ ਮੁੱਗੇ ਨੇ ਕਿਹਾ, ਕਹਿੰਦੇ ਜੀ ਅੱਜ ਸੰਗਤ ਭਗਤ ਸੂਰਮੇ ਕਿਉਂ ਨਹੀਂ ਜਨਮ ਲੈਂਦੇ। ਕਹਿੰਦੇ ਪਹਿਲਾਂ ਮਾਂ ਉਹੋ ਜਿਹੀ ਜਨਮ ਲੈ ਗਈ ਤੇ ਸੂਰਮੇ ਤਾਂ ਫਿਰ ਹੀ ਆਉਣਗੇ ਨਾ ਉਹਦੇ ਘਰੇ। ਮਾਂ ਹੀ ਨਹੀਂ ਹੈਗੀ ਜਿਹੜੀ ਭਗਤ ਸੂਰਮੇ ਤੇ ਦਾਤੇ ਨੂੰ ਜਨਮ ਦੇ ਸਕੇ। ਉਹ ਮਾਂ ਨਹੀਂ ਹੈਗੀ। ਉਹ ਮਾਂ ਪਹਿਲਾਂ ਆਏਗੀ, ਸੂਰਮੇ ਫਿਰ ਪੈਦਾ ਹੋਣਾ ਹੈ। ਗੁਰੂ ਅਰਜਨ ਸਾਹਿਬ ਜੀ ਦਾ 63 'ਚ ਪ੍ਰਕਾਸ਼ ਹੁੰਦਾ ਹੈ, 1563 ਦੇ ਅੰਦਰ। ਬੜੀ ਖੁਸ਼ੀ ਮਨਾਈ। ਹੁਣ ਤੀਸਰੀ ਥਾਂ ਤੇ ਆਏ ਸਨ ਜੀ ਗੁਰੂ ਅਰਜਨ ਸਾਹਿਬ। ਗੁਰੂ ਰਾਮਦਾਸ ਜੀ ਬਾਪ ਨੇ, ਬੀਬੀ ਭਾਨੀ ਜੀ ਮਾਂ ਆ, ਤੇ ਵੱਡੇ ਪ੍ਰਿਥੀ ਚੰਦ ਵਿਚਲੇ ਮਹਾਂਦੇਵ ਤੇ ਛੋਟੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ 11 ਸਾਲ ਨਾਨੇ ਗੁਰੂ ਦੀ ਹਜ਼ੂਰੀ 'ਚ ਰਹੇ। ਵੈਸੇ ਭਗਤਾਂ ਨੂੰ ਭੱਟਾਂ ਨੂੰ ਪੁੱਛੀਏ, ਕਹਿੰਦੇ ਜੀ ਤੁਸੀਂ ਗੁਰੂ ਅਰਜਨ ਸਾਹਿਬ ਨੂੰ ਕਿਵੇਂ ਵੇਖਦੇ ਹੋ। ਕਹਿੰਦੇ ਜਨਮਤ ਗੁਰਮਤ ਬ੍ਰਹਮ ਪਛਾਣਿਓ। ਕਹਿੰਦੇ ਜਨਮ ਤੋਂ ਹੀ ਗੁਰੂ ਅਰਜਨ ਸਾਹਿਬ ਬ੍ਰਹਮ ਗਿਆਨੀ ਹਨ। ਜਨਮ ਤੋਂ ਹੀ ਉਹ ਰੱਬੀ ਰੂਪ ਹਨ। ਨਿੱਕੇ ਜਿਹੇ ਨਾਨਾ ਗੁਰੂ ਤੋਂ ਉਹਨਾਂ ਨੇ ਸਿੱਖਿਆ, ਬਹੁਤ ਸਿੱਖਿਆ ਲਈ। ਜਿਵੇਂ ਗੰਨੇ ਤੋਂ ਮਾਮੇ ਮੋਹਰੀ ਤੋਂ ਪੜ੍ਹਿਆ ਉਹਨਾਂ ਨੇ। ਹੋਰ ਇਹ ਮਾਮੇ ਸਨ ਗੁਰੂ ਅਰਜਨ ਸਾਹਿਬ ਜੀ ਦੇ, ਬਾਬਾ ਮੋਹਣ ਜੀ ਤੇ ਬਾਬਾ ਮੋਹਰੀ। ਬੀਬੀ ਦਾਨੀ ਮਾਸੀ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਜੀ। ਇਹ ਰਿਸ਼ਤੇ ਸਾਨੂੰ ਯਾਦ ਰੱਖਣੇ ਚਾਹੀਦੇ ਆ ਗੁਰੂ ਕੋਲ। ਉਹ ਨਿੱਕੇ ਜਿਹੇ ਸਨ ਤੇ ਉਹ ਨਾਨਾ ਗੁਰੂ ਨਾਲ ਬੜਾ, ਨਾਨਾ ਵੈਸੇ ਹੀ ਦੋਤੇ ਨਾਲ ਬੜਾ ਪੈ ਗਿਆ। ਉਹ ਨਿੱਕੇ ਨਾਲ ਵੈਸੇ ਹੀ ਜ਼ਿਆਦਾ ਹੁੰਦਾ, ਭਾਵੇਂ ਉਹ ਮਾਂ ਪਿਓ ਹੋਣ ਜਾਂ ਨਾਨਾ ਨਾਨੀ ਜੀ ਹੁਣ। ਨਿੱਕੇ ਬੱਚੇ ਨਾਲ ਉਹਨਾਂ ਦਾ ਵੈਸੇ ਹੀ ਜ਼ਿਆਦਾ ਮੋਹ ਹੁੰਦਾ। ਇਹ ਨਹੀਂ ਹੈਗਾ ਵੀ ਵੱਡਿਆਂ ਨਾਲ ਨਹੀਂ ਹੈ, ਉਹ ਨਿੱਕਾ ਹੋਣ ਕਰਕੇ ਜ਼ਿਆਦਾ ਹੁੰਦਾ ਵੀ ਇਹ ਨਿੱਕਾ ਹੈ ਅਜੇ, ਕੁਦਰਤੀ ਤੌਰ ਤੇ। ਬਾਅਦ 'ਚ ਆਉਂਦਾ ਹੈ ਨਾ, ਜਿਹੜਾ ਜ਼ਿਆਦਾ ਨੇੜੇ ਰਹੇ ਫਿਰ ਪਿਆਰ ਵੀ ਉਹਦੇ ਨਾਲ ਜ਼ਿਆਦਾ ਹੁੰਦਾ ਹੈ। ਹੁਣ ਬੜੀਆਂ ਬਖਸ਼ਾਂ ਵਰਤੀਆਂ ਜੀ ਨਿੱਕੇ ਜਿਹੇ ਗੁਰੂ ਅਰਜਨ ਸਾਹਿਬ ਜੀ ਦੇ ਉੱਪਰ। ਉਹ ਨਿੱਕੇ ਜਿਹੇ ਸਨ ਤੇ ਰਿੜ ਕੇ ਉਹਦਾ ਮਹਾਰਾਜ ਦੀ ਗੋਦੀ 'ਚ ਆ ਜਾਣਾ। ਅਜੇ ਰਿੜਨ ਤੋਂ ਬਾਅਦ ਖੜਨ ਲੱਗੇ, ਬੱਚਾ ਮੰਜੇ ਨੂੰ ਹੱਥ ਪਾ ਕੇ ਖੜਦਾ ਹੈ। ਉਹ ਗੁਰੂ ਅਮਰਦਾਸ ਮਹਾਰਾਜ ਸਿੰਘਾਸਨ ਤੇ ਬੈਠੇ ਤੇ ਚੋਲਾ ਫੜ ਕੇ ਨਾ ਗੁਰੂ ਅਰਜਨ ਸਾਹਿਬ ਜੀ ਦੋਤੇ ਹਨ ਖਿੱਚ ਕੇ ਥੱਲੇ ਲਾਉਂਦੇ ਵੀ ਤੁਸੀਂ ਥੱਲੇ ਆਓ, ਮੈਂ ਉੱਪਰ ਬੈਠਣਾ ਹੈ। ਬੱਚਾ ਹੀ ਤੇ ਕੋਲ ਬੀਬੀ ਭਾਨੀ ਬੈਠੀ ਤੇ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕਹੇ, ਭਾਨੀ ਇਹਨੂੰ ਕਹੇ ਵੀ ਆਹ ਸਿੰਘਾਸਨ ਤੇ ਅਸੀਂ ਨਹੀਂ ਉਹ ਤੈਨੂੰ ਬਿਠਾਉਣਾ। ਇਹ ਸਿੰਘਾਸਨ ਆਪਣੇ ਬਾਪ ਤੋਂ ਪ੍ਰਾਪਤ ਕਰੀ, ਇਹ ਤੈਨੂੰ ਅਸੀਂ ਨਹੀਂ ਦੇਣਾ ਹੈ। ਇਹ ਵੀ ਕਿਤੇ ਬੜੀ ਉੱਚੀ ਰਮਤ ਸੀ ਵੀ ਗੁਰਤਾ ਗੱਦੀ ਇੱਕ ਦਿਨ ਲਓਗੇ ਪਰ ਤੁਹਾਡੇ ਪਿਓ ਤੋਂ ਤੁਹਾਨੂੰ ਮਿਲੇਗੀ, ਅਸੀਂ ਨਹੀਂ ਦੇਣੀ ਹੈ। ਜੋ ਉਹ ਖਿੱਦੋ ਲੀਰਾਂ ਦਾ ਬਣਾ ਕੇ ਉਦੋਂ ਬੱਚੇ ਖੇਡਦੇ ਹੁੰਦੇ ਹਨ, ਗੁਰੂ ਅਰਜਨ ਸਾਹਿਬ ਜੀ ਖੇਡਦੇ ਤੇ ਦਰਵਾਜ਼ਾ ਥੋੜ੍ਹਾ ਜਿਹਾ ਉੱਚਾ ਸੀ, ਉਹ ਖਿੱਦੋ ਬਾਹਰ ਨਿਕਲ ਗਿਆ ਰਿੜਦਾ ਹੋਇਆ। ਹੁਣ ਕੁੰਡਾ ਲੱਗਾ ਦਰਵਾਜ਼ੇ ਨੂੰ ਤੇ ਕਦੀ ਪਿੱਠ ਲਾਉਂਦੇ ਨੇ, ਕਦੀ ਸਿਰ ਲਾਉਂਦੇ ਨੇ, ਕਦੀ ਕੁਝ। ਦਰਵਾਜ਼ਾ ਖੁੱਲ੍ਹਦਾ ਨਹੀਂ, ਹੱਥ ਪਹੁੰਚਦਾ ਨਹੀਂ ਆ। ਮਹਾਰਾਜ ਪ੍ਰਸ਼ਾਦਾ ਛਕਦੇ ਹੱਸ ਰਹੇ ਸਨ ਗੁਰੂ ਅਮਰਦਾਸ ਮਹਾਰਾਜ, ਉਹਦੇ ਹਨ ਉਹਨਾਂ ਨੇ। ਤੇ ਬੀਬੀ ਭਾਨੀ ਪ੍ਰਸ਼ਾਦਾ ਪਕਾ ਰਹੇ ਤੇ ਵੇਖ ਕੇ ਕਹਿੰਦੇ, ਭਾਨੀ ਤੇਰਾ ਪੁੱਤਰ ਸਿਰ ਲਾ ਕੇ ਨਾ ਦਰਵਾਜ਼ਾ ਖੋਲ੍ਹਣ ਦਾ ਯਤਨ ਕਰਦਾ ਹੈ ਤੇ ਮੈਨੂੰ ਲੱਗਦਾ ਵੀ ਇਹਨੂੰ ਨਿੱਕੇ ਜਿਹੇ ਨੂੰ ਪਤਾ ਹੈ ਵੀ ਸਿਰ ਦਿੱਤਿਆਂ ਤੋਂ ਬਗੈਰ ਧਰਮ ਦਾ ਦਰਵਾਜ਼ਾ ਨਹੀਂ ਕਦੇ ਖੁੱਲ੍ਹਦਾ। ਭਾਨੀ ਤੇਰਾ ਇਹ ਪੁੱਤਰ ਬੜੀ ਵੱਡੀ ਕੁਰਬਾਨੀ ਕਰੇਗਾ, ਤੇਰਾ ਨਾਮ ਇਹਨੇ ਰੌਸ਼ਨ ਰੱਖਣਾ ਹੈ। ਬੀਬੀ ਭਾਨੀ ਦਾ ਵੱਡਾ ਪੁੱਤਰ ਬਿਲਕੁਲ ਨਿਕੰਮਾ ਹੈ, ਬਾਬਾ ਪ੍ਰਿਥੀ ਚੰਦ। ਮੇਰੇ ਵਾਸਤੇ ਤਾਂ ਬੜਾ ਸਤਿਕਾਰਯੋਗ ਹੈ, ਪਰ ਮੈਂ ਇਤਿਹਾਸ ਵਿੱਚੋਂ ਕਹਿ ਰਿਹਾ ਜਿਹੋ ਜਿਹੀ ਬਿਰਤੀ ਸੀ ਉਹਨਾਂ ਦੀ। ਉਹ ਗੁਰੂ ਰਾਮਦਾਸ ਜੀ ਦਾ ਪੁੱਤਰ ਮੇਰੇ ਵਾਸਤੇ ਮਾੜਾ ਨਹੀਂ ਹੋ ਸਕਦਾ, ਪਰ ਇਤਿਹਾਸ 'ਚ ਜੋ ਵਰਤਿਆ ਨਾ, ਜੋ ਉਹਨੇ ਕੀਤਾ, ਉਹ ਸਤਿਕਾਰ ਨਹੀਂ ਲੱਗਦਾ ਵੀ ਸਾਨੂੰ ਉਹਨੂੰ ਦੇਣਾ ਬਣਦਾ। ਕੋਈ ਆਪਣੇ ਭਰਾ ਨੂੰ ਮਾਰਦੀਆਂ ਸਾਜ਼ਿਸ਼ਾਂ ਰਚਦਾ ਹੋਵੇ, ਆਪਣੇ ਭਤੀਜੇ ਨੂੰ ਜ਼ਹਿਰ ਪਾ ਕੇ ਮਰਨ ਵਾਸਤੇ, ਉਹ ਫਿਰ ਤੁਹਾਡੀ ਨਿਗਾਹ 'ਚ ਕਿੰਨਾ ਕੁ ਸਤਿਕਾਰਤ ਹੋਏਗਾ। ਜਿਹੜਾ ਆਪਣਿਆਂ ਨੂੰ ਗਾਲਾਂ ਘੁੱਟ ਕੇ ਮਾਰਨਾ ਚਾਹੁੰਦਾ ਹੋਵੇ, ਉਹ ਫਿਰ ਸਤਿਕਾਰ ਨਹੀਂ ਨਾ। ਸਾਡੇ ਅੰਦਰੋਂ ਸਤਿਕਾਰ ਨਿਕਲਦਾ ਹੀ ਨਹੀਂ ਉਹਦੇ ਵਾਸਤੇ। ਵੈਸੇ ਸਾਡੇ ਵਾਸਤੇ ਪੂਜਣਯੋਗ ਹੈ,
ਗੁਰੂ ਰਾਮਦਾਸ ਜੀ ਦੇ ਵੱਡੇ ਪੁੱਤਰ। ਇੱਕ ਹੁੰਦਾ ਬੰਦਾ ਸਾਰੀ ਜ਼ਿੰਦਗੀ ਇਤਿਹਾਸ 'ਚੋਂ ਖੋਲੋ ਕਿ ਸਾਨੂੰ ਬਹੁਤ ਕੁਝ ਮਿਲੇਗਾ। ਚਲੋ ਕਈ ਵਾਰੀ ਬੰਦਾ ਬੁਰਾ ਕਰਦਾ ਹੈ, ਕੋਈ ਸਮਝ ਉਹੋ ਜਿਹੀ ਉਮਰ ਹੁੰਦੀ ਹੈ, ਕੋਈ ਸਮਾਂ ਇਹੋ ਜਿਹਾ ਹੁੰਦਾ ਹੈ, ਪਰ ਖੀਰ ਤੇ ਆ ਕੇ ਕਈ ਵਾਰੀ ਬੰਦਾ ਸੁਧਰ। ਪ੍ਰਿਥੀ ਚੰਦ ਖੀਰ ਤੇ ਵੀ ਨਹੀਂ ਸੁਧਰਿਆ। ਮਰਨ ਲੱਗਾ ਵੀ ਇੱਕ ਗੱਲ ਆਪਣੇ ਪੁੱਤਰ ਨੂੰ ਕਹਿੰਦਾ ਵੀ ਗੁਰੂ ਅਰਜਨ ਸਾਹਿਬ ਇਹ ਤੇਰੇ ਸਕੇ ਨਹੀਂ ਹੈ, ਤੇਰੇ ਵੱਡੇ ਦੁਸ਼ਮਣ ਨੇ। ਕਿਤੇ ਮਰਨ ਲੱਗਾ ਹੀ ਪੁੱਤਰ ਨੂੰ ਚੰਗੀ ਸਿੱਖਿਆ ਦੇ ਦਿੰਦਾ, ਫਿਰ ਵੀ ਇਹ ਕਹਿਣਾ ਹੈ ਵੀ ਖੀਰਲੇ ਸਮੇਂ ਸੁਧਰ ਗਿਆ ਸੀ ਪ੍ਰਿਥੀ ਚੰਦ। ਮਰਨ ਲੱਗਾ ਕਹਿੰਦਾ ਤੇਰੇ ਆਪਣੇ ਨਹੀਂ ਹੋ। ਹਾਲਾਂਕਿ ਗੁਰੂ ਅਰਜਨ ਸਾਹਿਬ ਦੇ ਪੁੱਤਰ ਨਾਲ ਬੜਾ ਪਿਆਰ ਕਰਦੇ ਸਨ, ਕਿਉਂਕਿ ਗੁਰੂ ਅਰਜਨ ਸਾਹਿਬ ਦੇ ਘਰੇ ਦੇ 20 ਸਾਲ ਪੁੱਤਰ ਨਹੀਂ ਹੋਇਆ। ਜਿਹਦੇ ਘਰੇ ਆਪਣਾ ਬੱਚਾ ਨਾ ਹੋਵੇ ਨਾ, ਉਹ ਗਵਾਂਢੀਆਂ ਦੇ ਬੱਚੇ ਨਾਲ ਬੜਾ ਪਿਆਰ ਕਰਦਾ ਜੇ ਸੱਚ ਜਾਣਿਆ। ਬਾਬੇ ਮਿਹਰਬਾਨ ਨੂੰ ਬੜੇ ਗਹਿਣੇ ਸੋਨੇ ਦੇ ਕਢਾ ਕਢਾ ਕੇ ਦਿੰਦੇ ਨੇ ਗੁਰੂ ਅਰਜਨ ਸਾਹਿਬ। ਉਸੇ ਮਿਹਰਬਾਨ ਨੂੰ ਕਹਿੰਦੇ ਬਾਬਾ ਪ੍ਰਿਥੀ ਚੰਦ ਕਹਿੰਦਾ ਗੁਰੂ ਅਰਜਨ ਸਾਹਿਬ ਤੇਰੇ ਸਗੇ ਕੋਨੇ। ਹਾਲਾਂਕਿ ਗੁਰੂ ਅਰਜਨ ਸਾਹਿਬ ਦੇ ਰੱਬ ਦੀ ਤਰ੍ਹਾਂ ਵਿਚਰਦੇ ਹਨ। ਜਾਂਦਾ ਹੀ ਕਿਤੇ ਚੰਗੀ ਸਿੱਖਿਆ ਦੇ ਜਾਂਦਾ ਆਪਣੇ ਬੱਚੇ ਨੂੰ। ਫਿਰ ਵੀ ਕੋਈ ਇਤਿਹਾਸ ਹੁੰਦਾ ਵੀ ਜਾਂਦਾ ਇਹ ਥੋੜਾ ਜਿਹਾ ਨਿਮਰਤਾ 'ਚ ਆ ਗਏ, ਸੁਧਰ ਗਿਆ ਹੀ ਜਾਂਦਾ ਹੋਇਆ, ਪਰ ਨਹੀਂ ਸੁਧਰਿਆ। ਹਾਂ, ਜਿਹੜੇ ਬਾਬਾ ਮਹਾਂਦੇਵ ਗੁਰੂ ਅਰਜਨ ਸਾਹਿਬ ਦੇ ਵਿਚਲੇ ਵੱਡੇ ਭਰਾ ਨੇ, ਉਹ ਸਾਧੂ ਸੁਭਾਅ ਸਨ। ਉਹ ਗੁਰੂ ਅਰਜਨ ਸਾਹਿਬ ਨਾਲ ਮੇਲ ਸੀ ਉਹਨਾਂ ਦਾ ਥੋੜਾ ਬਾੜਾ। ਜਦੋਂ ਉਹਨਾਂ ਨੇ ਸਰੀਰ ਛੱਡਿਆ ਕਿ ਇੱਕ ਪਿਤਾ ਇੱਕ ਸਕੇ ਹਮ ਬਾਲਕ ਤੂੰ ਮੇਰਾ ਗੁਰ ਹਾਈ, ਇਹ ਸ਼ਬਦ ਬਾਬਾ ਮਹਾਂਦੇਵ ਨੂੰ ਸੁਖੋਦਰ। ਅਖੀਰ ਨੂੰ ਉਹ ਗੋਇੰਦਵਾਲ ਸਾਹਿਬ ਸਰੀਰ ਤਿਆਗਦੇ ਗੁਰੂ ਅਰਜਨ ਸਾਹਿਬ ਕੋਲ ਆਉਂਦੇ ਆ। ਕਹਿੰਦੇ ਗੁਰੂ ਅਰਜਨ ਸਾਹਿਬ ਜੀ ਤੁਸੀਂ ਰੱਬ ਸੀ, ਮੈਨੂੰ ਅੱਜ ਪਤਾ ਲੱਗਾ, ਮੈਨੂੰ ਮਾਫ ਕਰ ਦਿਓ। ਤੇ ਫਿਰ ਮਾਫੀ ਮੰਗ ਕੇ ਸਰੀਰ ਤਿਆਗਿਆ ਸੀ ਬਾਬੇ ਮਹਾਂਦੇਵ ਨੇ। ਗੁਰੂ ਅਰਜਨ ਸਾਹਿਬ ਦੇ ਬੜੇ ਚਲੋ ਉਹਨੂੰ ਤਾਂ ਆਪਾਂ ਚੰਗਾ ਕਹਿ ਦਿੱਤਾ ਨਾ ਵੀ ਉਹ ਅਖੀਰਲੇ ਸਮੇਂ ਮਾਫੀ ਮੰਗ ਲਈ ਉਹਨੇ। ਗੁਰੂ ਅਰਜਨ ਸਾਹਿਬ ਜੀ ਇੱਕ ਪਿਓ ਦੀ ਅਸੀਂ ਔਲਾਦ ਹੈ, ਅਸੀਂ ਤੈਨੂੰ ਭਰਾ ਹੀ ਸਮਝਦੇ ਰਹੇ, ਤੁਸੀਂ ਤੇ ਰੱਬ ਰੂਪ ਵਿੱਚ ਨੇ ਉਹ ਸੰਸਾਰ ਦੇ ਅੰਦਰ। ਮੇਰੇ ਵਾਸਤੇ ਗੁਰੂ ਅਰਜਨ ਸਾਹਿਬ ਜੀ ਤੁਸੀਂ ਰੱਬ ਹੋ। ਬਾਬੇ ਮਹਾਂਦੇਵ ਨੇ ਮਾਫੀ ਮੰਗ ਲਈ ਗੁਰੂ ਸਾਹਿਬ। 11 ਸਾਲ ਦੀ ਉਮਰ ਸੀ ਜਦੋਂ ਗੁਰੂ ਰਾਮਦਾਸ ਜੀ ਨੂੰ ਗੁਰੂ ਅਮਰਦਾਸ ਮਹਾਰਾਜ ਨੇ ਗੁਰਤਾ ਗੱਦੀ ਦਿੱਤੀ ਗੁਰੂ ਅਰਜਨ ਸਾਹਿਬ ਜੀ ਦੀ। ਤੇ ਬੀਬੀ ਭਾਨੀ ਨੂੰ ਸੰਬੋਧਨ ਹੋ ਕੇ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਸੀ, ਭਾਨੀ ਤੂੰ ਵੱਡੇ ਭਾਗਾਂ ਵਾਲੀ, ਤੇਰਾ ਪਿਤਾ ਵੀ ਗੁਰੂ ਅੱਜ ਤੇਰਾ ਪਤੀ ਵੀ ਗੁਰੂ ਬਣਨ ਜਾ ਰਿਹਾ ਹੈ। ਤੇ ਆਪਣੇ ਦੋਹਤੇ ਦੇ ਸਿਰ ਤੇ ਹੱਥ ਰੱਖ ਕੇ ਕਹਿ ਦਿੱਤਾ ਸੀ, ਇਹ ਤੇਰਾ ਪੁੱਤਰ ਵੀ ਇੱਕ ਦਿਨ ਗੁਰਤਾ ਗੱਦੀ ਨੂੰ ਪ੍ਰਾਪਤ ਹੋਏਗਾ। ਗੁਣ ਵੇਖ ਕੇ ਸਾਨੂੰ ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਅਰਜਨ ਸਾਹਿਬ ਜੀ ਦੇ ਅੰਦਰ ਔਰ ਨਾਨਕ ਗੁਰੂ ਕੋਲੋਂ ਸਿੱਖੇ ਵੀ ਸਨ ਚੰਗੇ ਗੁਣ। ਚਲੋ ਜੀ ਸਮਾਂ ਅੱਗੇ ਚੱਲਦਾ, ਫਿਰ ਵਿਆਹ ਹੋ ਜਾਂਦਾ ਗੁਰੂ ਸਾਹਿਬ ਦਾ। 16 ਸਾਲਾਂ ਦੀ ਉਮਰ 'ਚ ਮਾਤਾ ਗੰਗਾ ਜੀ ਦੇ ਨਾਲ ਮਊ ਪਿੰਡ, ਉਹ ਜਦੋਂ ਕਿੱਲਾ ਪੁੱਟਣ ਵਾਲੀ ਘਟਨਾ ਵਾਪਰੀ, ਮੈਂ ਇਤਿਹਾਸ ਸੰਖੇਪ ਹੀ ਬੇਨਤੀ ਕਰਕੇ ਸਮਾਪਤੀ ਕਰਨੀ। ਫਿਰ ਭਰ ਜਵਾਨੀ 'ਚ 18 ਸਾਲ ਦੀ ਉਮਰ 'ਚ ਗੁਰੂ ਅਰਜਨ ਸਾਹਿਬ ਜੀ ਨੂੰ ਗੁਰਤਾ ਗੱਦੀ ਮਿਲ ਜਾਂਦੀ ਹੈ। 16 ਸਾਲ ਦੀ ਉਮਰ 'ਚ ਵਿਆਹ ਹੋਇਆ ਸੀ, 18 ਸਾਲ ਦੀ ਉਮਰ 'ਚ ਮਹਾਰਾਜ ਗੁਰੂ ਬਣ ਜਾਂਦੇ ਆ। ਸਤਿਗੁਰਾਂ ਨੇ ਬਹੁਤ ਵੱਡੇ ਕਾਰਜ ਕੀਤੇ, ਬਹੁਤ ਦੋ ਵੱਡੇ ਕਾਰਜ। ਸ਼੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ, ਬਹੁਤ ਵੱਡਾ ਕਾਰਜ ਗੁਰੂ ਅਰਜਨ ਸਾਹਿਬ ਦੀ ਸੰਸਾਰ ਨੂੰ ਦੇਣ ਹੈ, ਸਿੱਖਾਂ ਨੂੰ ਹੀ ਨਹੀਂ ਹੈ। ਆ ਪਰਸੋਂ ਵੀ ਵੀਡੀਓ ਆਈ, ਇੱਕ ਬਜ਼ੁਰਗ ਕੈਂਸਰ ਦਾ ਮਰੀਜ਼ ਠੀਕ ਹੋਇਆ ਉੱਥੇ ਇਸ਼ਨਾਨ ਕਰਕੇ, ਉਹ ਵੀਡੀਓ ਵਾਇਰਲ ਹੋ ਰਹੀ ਬੜੀ। ਸੰਸਾਰ ਨੂੰ ਸੁੱਖ ਦੇਣ ਵਾਸਤੇ ਗੁਰੂ ਅਰਜਨ ਸਾਹਿਬ ਨੇ ਇੱਕ ਜਹਾਜ਼ ਤਿਆਰ ਕੀਤਾ ਹਰਿਮੰਦਰ ਸਾਹਿਬ। ਬਹੁਤ ਵੱਡਾ ਕਾਰਜ, ਬਹੁਤ ਵੱਡਾ ਕਾਰਜ। ਤੇ ਇਸੇ ਕਰਕੇ ਮਹਾਰਾਜ ਨੂੰ ਸ਼ਹਾਦਤ ਵੀ ਦੇਣੀ ਪਈ ਫਿਰ ਗੁਰੂ 43 ਸਾਲ ਦੀ ਉਮਰ 'ਚ। ਹੁਣ ਇਹਨਾਂ ਬਾਹਰ ਉਮਰ ਦੀ ਗੱਲ ਹੋ ਰਹੀ ਸੀ, ਭਾਈ ਸਾਹਿਬ ਜੀ ਨਾਲ ਜੋੜਾ ਕਰ ਬੈਠੇ, ਇਹਨੂੰ ਉਹਦਾ ਪੁੱਛਿਆ, ਭੈਣ ਜੀ ਬੈਠੇ, ਕਹਿੰਦੇ ਬਾਬਾ ਜੀ ਤੁਹਾਡਾ ਜਨਮ ਦਿਨ ਸੀ 2 ਦਿਨ ਪਹਿਲਾਂ। ਮੈਂ ਕਿਹਾ ਹਾਂਜੀ। ਕਹਿੰਦੇ ਕਿੰਨੇ 'ਚ? ਮੈਂ ਕਿਹਾ 1977 'ਚ ਜਨਮ ਹੋਇਆ। ਤੇ ਉਹ ਕੋਲ ਵੀਰ ਜੀ ਉਹ ਭਾਈ ਸਾਹਿਬ ਜੀ ਸੁਣ ਰਹੇ, ਕਹਿੰਦੇ ਤੁਹਾਡੀ ਤੇ ਉਮਰ ਬੜੀ ਛੋਟੀ ਹੈ। ਮੈਂ ਤੇ 1971 'ਚ ਮੈਂ ਤੇ 15-16 ਸਾਲਾਂ ਦਾ ਸੀ, ਵੀ ਉਮਰ ਵੀ ਆਂਦੇ 70 ਸਾਲ ਤੋਂ ਲੰਘ ਗਈ ਤੇ ਸਰੀਰ ਵਧੀਆ ਹੈ। ਮੈਂ ਗੱਲ ਜੇ ਆਪਾਂ ਇਹ ਕਰੀਏ, ਗੱਲ ਉਮਰ ਦੀ ਨਹੀਂ ਵੀ ਸਾਡੀ ਉਮਰ ਕਿੰਨੀ ਹੈ। ਗੱਲ ਇਹ ਵੀ ਬੰਦੇ ਨੂੰ ਰੱਬ ਜੀਵਨ ਦਵੇ, ਚੰਗਾ ਦਵੇ। ਹੁਣ ਉਹ ਉਮਰ 150 ਸਾਲ ਦੀ ਵੀ ਚੰਗੀ ਹੋਣੀ ਚਾਹੀਦੀ। ਬਾਬਾ ਸ਼੍ਰੀ ਚੰਦ ਗੁਰੂ ਨਾਨਕ ਸਾਹਿਬ ਦੇ ਪੁੱਤਰ 150 ਸਾਲ ਦੇ ਕਰੀਬ ਉਮਰ। ਇੰਨੀ ਉਮਰ ਰੱਬ ਨਾ ਦਵੇ ਵੀ ਕਿਸੇ ਦਾ ਮੁਹਤਾਜ ਸਾਨੂੰ ਬਣਾਵੇ। ਮੰਨ ਲਓ ਮੈਂ ਅੱਜ ਲੰਮੀ ਉਮਰ ਦੀਆਂ ਇੱਥੇ ਅਰਦਾਸਾਂ ਕਰਦਾ, ਕੱਲ੍ਹ ਨੂੰ ਮੇਰੇ ਬੱਚੇ ਮੈਨੂੰ ਪੁੱਛਣ ਹੀ ਨਾ, ਘਰੋਂ ਕੱਢ ਦੇਣ, ਉਹ ਰੋਟੀ ਨਾ ਪੁੱਛਣ, ਉਸ ਉਮਰ ਤੋਂ ਵੀ ਕੀ ਲੈਣਾ। ਚਾਹੀਦਾ ਜਿੰਨਾ ਕੁ ਸਤਿਕਾਰ ਕਰਦੇ ਹੋ ਉਹਨਾਂ ਕੁ ਚਿਰ ਜੀਵਨ ਦਿਓ, ਵੀ ਇਹੋ ਜਿਹੇ ਦਿਨ ਨਾ ਮੇਰੇ ਵਰਗੇ ਨੂੰ ਵੇਖਣੇ ਪੈਣ ਵੀ ਕੱਲ੍ਹ ਨੂੰ ਪੁੱਤਰ ਧੀਆਂ ਪੁੱਤਰ ਹੀ ਸਤਿਕਾਰ ਨਾ ਕਰਨ ਜੀਵਨ ਦੇ ਅੰਦਰ। ਮੈਂ ਕਈ ਵਾਰੀ ਹੁਣ ਆਪਾਂ ਕਹਿ ਦਿੰਦੇ ਵੀ ਇਹ ਉਮਰ ਬਿਲਕੁਲ ਥੋੜ੍ਹੀ, ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਸੀ ਵੀ 43 ਸਾਲ ਦੀ ਉਮਰ ਹਜੇ, ਤੇ ਇਹ ਕਿੰਨੀ ਕੁ ਹੈ। ਤੇ ਗੁਰੂ ਅਰਜਨ ਸਾਹਿਬ ਜੀ ਨੇ 43 ਸਾਲ ਦੀ ਉਮਰ 'ਚ ਕਿੱਡੇ ਵੱਡੇ ਕਾਰਜ ਕਰਕੇ ਆਪਣੇ ਮਰਜ਼ੀ ਦੇ ਨਾਲ ਲੋਹ ਤੇ ਬੈਠ ਕੇ ਸ਼ਹਾਦਤ ਦੇ ਦਿੱਤੀ। ਸਾਡੀ ਤੇ ਉਮਰ ਲੰਘ ਗਈ, ਉਸ ਤੋਂ ਅੱਗੇ ਅਸੀਂ ਕੀਤਾ ਸੰਸਾਰ ਦੇ ਅੰਦਰ।
ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇਤਿਹਾਸ ਬੋਲਿਓ, 42 ਸਾਲ ਦੀ ਉਮਰ 'ਚ ਚਲੇ ਗਏ, ਕੀ ਕੁਝ ਕਰਕੇ ਚਲੇ ਗਏ। ਮੈਂ ਹਜੇ ਪੰਚਾਇਤ 'ਚ ਬੈਠ ਕੇ ਗੱਲ ਨਹੀਂ ਕਰ ਸਕਦਾ, ਮੈਂ ਆਪਣੇ ਆਪ ਨੂੰ ਸਿਆਣਾ ਹੀ ਨਹੀਂ ਸਮਝਦਾ। ਅਜੇ ਸਿਆਣੇ ਬੰਦੇ ਕੋਲ ਝੁਕ ਜਾਂਦਾ ਸਿਰ, ਇਹ ਸਿਆਣਾ ਬੰਦੇ ਦੇ ਸਾਹਮਣੇ ਗੱਲ ਨਹੀਂ ਕਰਨੀ ਚਾਹੀਦੀ। ਗੱਲ ਉਮਰ ਦੀ ਨਹੀਂ, ਗੱਲ ਉਹਦੀ ਬਖਸ਼ਿਸ਼ ਦੀ ਹੈ, ਕਿੰਨੀ ਕੁ ਵਰਤਦੀ ਕਿਸੇ ਦੇ। ਤੇ ਮੈਂ ਤਾਂ ਕਦੀ ਬਹੁਤੀ ਲੰਮੀ ਉਮਰ ਦੀ ਗੱਲ ਵੀ ਨਹੀਂ ਗੁਰੂ ਸਾਹਿਬ ਨੂੰ ਕਦੇ ਵੀ ਨਹੀਂ ਕਿਹਾ, ਗੱਲ ਕਦੇ ਵੀ ਨਹੀਂ ਕੀਤੀ। ਮੈਂ ਤਾਂ ਕਦੇ ਉਹ ਜਨਮ ਤੇ ਵੀ ਉਹਦੇ ਘੜੇ ਦਿਨ ਸਿਰੇ ਨਾਰੇ ਵਾਲੀ ਗੱਲ ਹੈ ਵੀ ਉਹ ਰੱਬ ਦੀ ਜਿੰਨਾ ਕੋ ਹੈਗਾ ਬਸ ਇਸ ਤਰ੍ਹਾਂ ਹੀ। ਬਹੁਤੀ ਜ਼ਰੂਰਤ ਨੇ ਮੇਰੇ ਖਿਆਲ ਮੌਤ ਤੋਂ ਨਹੀਂ ਡਰਨਾ ਚਾਹੀਦਾ ਸੰਗਤ ਜੀ, ਬਿਲਕੁਲ ਡਰ ਆਪਣੇ ਅੰਦਰੋਂ ਖਤਮ ਕਰੋ। ਜੀਵਨ ਚੰਗਾ ਤੰਦਰੁਸਤੀ ਰੱਖਿਓ ਉਹਨਾਂ ਚਿਰ ਜਿੰਨਾ ਚਿਰ ਜਿਉਂਦੇ ਆ। ਮੌਤ ਤੋਂ ਨਹੀਂ ਡਰਨਾ, ਕਦੇ ਵੀ ਨਹੀਂ ਡਰਨਾ। ਮੌਤ ਮਾੜੀ ਨਹੀਂ ਹੈ, ਮੌਤ ਇੱਕ ਦਾਤ ਹੈ, ਚੰਗੀ ਮੌਤ। ਮੌਤ ਦਾਤ ਬਣਦੀ ਜੇ ਤੁਹਾਡਾ ਜੀਵਨ ਚੰਗਾ ਹੈ ਤਾਂ, ਨਹੀਂ ਤੇ ਬਹੁਤ ਪਛਤਾ ਰਹੇ ਆ, ਬਹੁਤ ਪਛਤਾ ਰਹੇ ਆ। ਆ ਬਾਪੂ ਜੀ ਹੁਣੇ ਆਏ ਮੇਰੇ ਕੋਲ ਬੈਠੇ ਹੋਣੇ ਇੱਥੇ, ਇਹ ਵੀ ਕੱਲ ਕਹਿ ਰਹੇ ਸੀ ਬਾਪੂ ਜੀ, ਕਹਿੰਦੇ ਬਾਬਾ ਜੀ ਮੇਰੀ ਅਰਦਾਸ ਕਰਿਓ ਬਸ ਤੁਰਦਿਆਂ ਫਿਰਦਿਆਂ ਗੁਰੂ ਸਾਹਿਬ ਜੀ ਲੈ ਜਾਣ। ਮੇਰੇ ਹੁਣੇ ਮੱਥਾ ਟੇਕ ਰਹੇ ਹਨ। ਮੈਂ ਜਿਹੜੀ ਗੱਲ ਕਲੀਅਰ ਕਰਨਾ ਸਟੇਜ ਤੇ, ਮੈਂ ਕਦੇ ਸਟੇਜ ਤੇ ਬੈਠ ਕੇ ਨਹੀਂ ਇਹ ਦੂਸਰੀ ਤੀਸਰੀ ਗੱਲ ਕੀਤੀ। ਮੇਰੀ ਵੀ ਇਹ ਇੱਛਾ ਹੈ ਕਿ ਤੁਰਦਾ, ਗੱਲ ਇਹ ਨਹੀਂ ਕਿ 60 ਸਾਲ ਹੋਣਾ ਜਾਂ 70 ਸਾਲ ਦੀ ਉਮਰ ਹੋ ਕੇ ਜਾਂ 100 ਸਾਲ ਦੀ ਉਮਰ ਹੋ ਕੇ। ਉਹ ਸਾਡੇ ਗੁਰੂ ਸਾਹਿਬਾਂ ਨੇ ਤਾਂ ਪ੍ਰੈਕਟੀਕਲ ਜੀਵਨ ਜਿਉਂ ਕੇ ਵਿਖਾਇਆ। ਕੀਤਾ ਕੀ ਹੈ ਰੱਬ ਪੁੱਛੇ, ਕਰਕੇ ਕੀ ਆਇਆ ਇੰਨੀ ਉਮਰ 'ਚ, ਦਸੀਏ ਕੁਝ ਕੀਤਾ ਹੈ ਰੱਬ ਨੂੰ। ਦੱਸਣ ਦੀ ਲੋੜ ਨਹੀਂ, ਰੱਬ ਨੂੰ ਪਤਾ ਹੋਵੇ ਵੀ ਇਹਨੇ ਕੁਝ ਕੀਤਾ ਹੈ ਜੀਵਨ ਦੇ ਅੰਦਰ। ਤੇ ਐਵੇਂ ਈਰਖਾ ਕਰਦਿਆਂ, ਚੁਗਲੀ 'ਚ ਨਿੰਦਿਆ, ਉਹ ਐਵੇਂ ਇੱਕ ਦੂਜੇ ਨਾਲ ਜੈਲ ਸੀ। ਉਹ ਤੁਰ ਪਤਾ ਨਹੀਂ ਕਿੱਧਰ ਜਾਣਾ। ਉਹ ਕੱਲ ਮੈਂ ਪੜ੍ਹ ਰਿਹਾ ਸਾਂ, ਇੱਕ ਕਿਸੇ ਸਮੇਂ ਬੜੀ ਵੱਡੀ ਪਲੇਅਰ ਰਹੀ ਇੱਕ ਬੀਬੀ, ਤੇ ਉਹ ਹੁਣ ਵੀਲ ਚੇਅਰ ਤੇ, ਕਹਿੰਦੀ ਡਾਕਟਰਾਂ ਨੇ ਕਹਿ ਦਿੱਤਾ ਥੋੜੇ ਜਿਹੇ ਦਿਨ ਨੇ। ਉਹ ਕਹਿੰਦੀ ਪੈਸੇ ਦੀ ਕੋਈ ਕਮੀ ਨਹੀਂ ਹੈ, ਘਰ ਮੇਰਾ ਕਰੋੜਾਂ ਰੁਪਈਆ ਲੱਗਾ, ਪਰ ਕਹਿੰਦੀ ਇੱਕ ਰੂਮ 'ਚ ਤੇ ਉਸ ਤਰ੍ਹਾਂ ਕਹਿੰਦੀ ਅੱਗੇ ਸਾਈਨ ਲੈਣ ਵਾਲੇ ਮੇਰੇ ਤੋਂ ਵੀ ਅੱਗੇ ਹੱਥ ਕਰਕੇ ਖੜੇ ਹੁੰਦੇ ਹਨ। ਤੇ ਕਹਿੰਦੀ ਅੱਜ ਡਾਕਟਰ ਆਉਂਦੇ ਨੇ, ਕਹਿੰਦੇ ਕਰੋ ਇੱਥੇ ਸਾਈਨ ਕਰੋ। ਕਹਿੰਦੀ ਇੱਕ ਲੈਬੋਰਟਰੀ 'ਚੋਂ ਦੂਸਰੀ ਚਲੀ ਜਾਂਦੀ, ਦੂਸਰੀ 'ਚੋਂ ਤੀਸਰੀ 'ਚ ਚਲੀ ਜਾਂਦੀ ਹੈ। ਕਿ ਉਹਨੇ ਲਿਖਿਆ ਕਹਿੰਦੇ ਹੰਕਾਰ ਨਾ ਕਰਿਓ ਕਦੇ ਵੀ। ਕਈ ਵਾਰੀ ਮੈਨੂੰ ਵੇਖਣ ਨੂੰ ਲਾਈਨਾਂ 'ਚ ਲੋਕ ਲੱਗਦੇ ਸਨ, ਤੇ ਅੱਜ ਇੱਕ ਰੂਮ 'ਚ ਮੇਰਾ ਅਖੀਰਲਾ ਜਿਹੜਾ ਜੀਵਨ ਬਤੀਤ ਹੋ ਰਿਹਾ, ਉਮਰ ਅਜੇ ਕੋਈ ਵੀ ਨਹੀਂ ਹੋਈ। ਸਾਨੂੰ ਵਧੀਆ ਜੀਵਨ ਜਿਉਵੋ, ਇਹੋ ਜਿਹਾ ਵਧੀਆ ਜੀਵਨ ਜਿਉ। ਆਪਣੇ ਪਰਿਵਾਰ ਵਾਸਤੇ ਵੀ ਤੁਸੀਂ ਬਹੁਤ ਵਧੀਆ ਹੋਵੇ, ਸਮਾਜ ਵਾਸਤੇ ਹੋਵੋ, ਸੰਸਾਰ ਵਾਸਤੇ ਹੋਵੋ। ਕੀ ਪਤਾ ਕਿੱਦਣ ਤੁਰ ਜਾਣਾ। ਮੇਰੇ ਵਰਗਾ ਬੱਚਿਆਂ ਨਾਲ ਲੜ ਕੇ ਆਵੇ, ਇੱਥੇ ਮੌਤ ਹੋ ਜਾਏ, ਉਹ ਬੱਚੇ ਵੀ ਸੋਚਦੇ ਰਹਿਣ ਵੀ ਬਾਪੂ ਦੇ ਸਵੇਰੇ ਲੜ ਕੇ ਗਿਆ ਸੀ। ਇਹੋ ਜਿਹੇ ਬਣ ਕੇ ਘਰੋਂ ਨਿਕਲੇ ਵੀ ਆਖਰੀ ਮੁਲਾਕਾਤ ਹੈ, ਔਰ ਸਾਨੂੰ ਯਾਦ ਕਰਨ, ਜਿਹਨੂੰ ਇੱਕ ਵਾਰੀ ਮਿਲੋ ਉਹਦੀਆਂ ਅੱਖਾਂ 'ਚ ਪਾਣੀ ਆ ਜਾਵੇ ਵੀ ਉਹ ਕਿਉਂ ਚਲਾ ਗਿਆ। ਕਿਉਂ ਐਵੇਂ ਲੜੀਏ ਇੱਕ ਦੂਸਰੇ ਦੇ ਗਾਲਾਂ ਹੀ ਪਈਏ। ਜੀਵਨ ਰੱਬ ਨੇ ਦਿੱਤਾ ਹੈ ਸਾਨੂੰ, ਬੜਾ ਵਧੀਆ ਜੀਵਨ ਜਿਉਣਾ ਚਾਹੀਦਾ। ਗੁਰੂ ਸਾਹਿਬ ਜੀ ਜਿਹਨੂੰ ਮਿਲੇ, ਅੱਜ ਗੁਰੂ ਸਾਹਿਬਾਨਾਂ ਨੂੰ ਅਸੀਂ ਕਿਉਂ ਯਾਦ ਕਰਦੇ ਆ? ਕਿਉਂ ਗੁਰੂ ਅਰਜਨ ਸਾਹਿਬ ਜੀ ਦਾ ਉਹ 1563 'ਚ ਜਨਮ ਹੋਇਆ ਤੇ ਅੱਜ ਵੀ ਅਸੀਂ ਯਾਦ ਕਰਦੇ ਹਾਂ। ਉਹਨਾਂ ਨੇ ਲੋਕਾਂ ਦੇ ਦੁੱਖ ਨੂੰ ਆਪਣਾ ਦੁੱਖ ਮੰਨਿਆ। ਉਹ ਬੁਕਲ ਗੱਲ ਲਾਉਂਦੇ ਰਹੇ ਸਾਰਿਆਂ ਨੂੰ, ਜੋ ਆਵੇ ਤਿਸ ਕੰਠ ਲਾਵੇ ਇਹ ਬਿਰਕ ਸੁਆਮੀ ਸੰਦਾ। ਉਹਨਾਂ 'ਚ ਗੁਣ ਸਨ, ਗੁਣਾ ਕਰਕੇ ਗੁਰੂ ਅਰਜਨ ਸਾਹਿਬ ਅੱਜ ਵੀ ਰੱਬ ਨੇ ਸਾਡੇ ਵਾਸਤੇ, ਅੱਜ ਵੀ ਉਹ ਸੰਸਾਰ 'ਚ ਵਿਚਰਦੇ ਆ, ਅੱਜ ਵੀ ਉਹ ਹੈਗੇ ਆ। ਗੁਰੂ ਅਰਜਨ ਸਾਹਿਬ ਨੇ ਬਹੁਤ ਵੱਡਾ ਕਾਰਜ ਕੀਤਾ। 43 ਸਾਲ ਦੀ ਉਮਰ ਤੇ ਮਾਰੇ ਨੇ ਤਵੀ ਦੇ ਚੌਂਕੜਿਆਂ ਦਾ। ਬੱਚਾ ਪਤਾ ਕਿੰਨਾ ਸੀ? ਅਸੀਂ ਬੱਚਿਆਂ ਦਾ ਵਾਦਾ ਫਿਕਰ, ਮੈਂ ਕਿਤੇ ਅੰਤਮ ਅਰਦਾਸ ਤੇ ਜਾਈਏ, ਕੋਈ ਸਰੀਰ ਚਲਾ ਜਾਏ, ਬੱਚੇ ਨਿੱਕੇ ਹੋਣਾ, ਸੰਗਤ ਉਹਨਾਂ ਦੇ ਬੱਚਿਆਂ ਦੇ ਮੂੰਹ ਵੱਲ ਵੇਖ ਵੇਖ ਕੇ ਰੋਈ ਜਾਂਦੀ ਹੈ। 11 ਸਾਲ ਦਾ ਤੇ ਬੱਚਾ ਸੀ ਗੁਰੂ ਅਰਜਨ ਸਾਹਿਬ ਦਾ ਜਦੋਂ ਤਵੀ ਤੇ ਬੈਠ ਗਏ। ਗੁਰੂ ਹਰਿ ਮਹਾਰਾਜ ਦਾ ਜੀਵਨ ਪੜ੍ਹੇ, ਇੱਕ ਬੱਚਾ 15 ਸਾਲ ਦਾ ਸੀ, ਇੱਕ ਬੱਚਾ 5 ਸਾਲ ਦਾ ਸੀ ਜਦੋਂ ਮਹਾਰਾਜ ਚਲੇ ਗਏ। ਤੇ ਗੁਰੂ ਹਰਿ ਮਹਾਰਾਜ ਨੂੰ ਨਹੀਂ ਅਸੀਂ ਪੂਜਦੇ, ਉਹਨਾਂ ਦੇ ਬੱਚਿਆਂ ਨੂੰ ਵੀ ਅੱਜ ਪੂਜਦੇ ਆ। ਇਹ ਤੇ ਰੱਬ ਹੀ ਬਖਸ਼ਿਸ਼ ਕਰਦਾ ਜਿਹਦੇ ਤੇ ਕਦੇ। ਕਈਆਂ ਦੇ ਜਿਉਂਦੇ ਹੱਥਾਂ 'ਚੋਂ ਨਿਕਲ ਜਾਂਦੇ ਨੇ, ਮਾਂ ਪਿਓ ਜਿਉਂਦੇ ਹੋਣ, ਕਈਆਂ ਦੇ ਗਏ ਨੇ ਬੱਚੇ ਇਹੋ ਜਿਹਾ ਨਾਮ ਰੋਸ਼ਨ ਕਰਦੇ ਨੇ, ਉਹ ਮਰਿਆ ਹੋਇਆ ਮਾਂ ਪਿਓ ਉਹਨਾਂ ਨੂੰ ਵੀ ਜਿੰਦਾ ਕਰਕੇ ਖੜਾ ਕਰ ਦਿੰਦੇ ਆ। ਬੱਚੇ ਕਰਮ ਹੀ ਇਹੋ ਜਿਹਾ ਕਰਦੇ ਨੇ, ਮੁਰਦੇ ਮਾਂ ਪਿਓ ਨੂੰ ਵੀ ਉਹ ਜਿੰਦਾ ਕਰਕੇ ਰੱਖ ਦਿੰਦੇ ਆ। ਕਰਮ ਇਹੋ ਜਿਹੇ ਕਰੀਏ, ਸਾਡੇ ਮਰੇ ਮਾਂ ਪਿਓ ਦਾ ਵੀ ਕੋਈ ਨਾਂ ਲਾਏ ਵੀ ਇਹ ਬੰਦਾ ਸੰਸਾਰ ਤੇ ਆਇਆ ਹੈ। ਗੁਰੂ ਅਰਜਨ ਸਾਹਿਬ ਨੇ ਤਰਨਤਾਰਨ ਸਾਹਿਬ ਦੀ ਸੰਪਾਦਨਾ ਕੀਤੀ, ਕਰਤਾਰਪੁਰ ਸਾਹਿਬ ਦੀ ਸੰਪਾਦਨਾ ਕੀਤੀ। ਸਤਿਗੁਰਾਂ ਨੇ ਬੜੀਆਂ ਬਖਸ਼ਾਂ ਵਰਤਾਈਆਂ ਜੀ ਗੁਰੂ ਅਰਜਨ ਸਾਹਿਬ। ਗੁਰ ਅਰਜੁਨ ਪ੍ਰਤੱਖ ਹਰ ਭੱਟ ਸਾਹਿਬਾਨ ਕਹਿੰਦੇ। ਬਾਕੀ ਜੀਵਨ ਚਲੋ ਕਈ ਵਾਰੀ ਇੱਛਾ ਵੀ ਆਪਾਂ ਲੜੀ ਮਾਰ ਕੇ ਤੇ ਜੀਵਨ ਸ਼ੁਰੂ ਕਰੀਏ। ਜੇ ਗੁਰੂ ਕਿਰਪਾ ਕਰਕੇ ਸ਼ਹੀਦੀ ਦਿਹਾੜੇ ਦੇ ਨਾ ਆਪਾਂ ਗੁਰੂ ਅਰਜਨ ਸਾਹਿਬ ਦਾ ਹਫ਼ਤੇ ਵਿੱਚ ਨਾ ਲੜੀਵਾਰ ਜਿਹੜਾ ਇਤਿਹਾਸ, ਬਹੁਤ ਵੱਡਾ ਇਤਿਹਾਸ ਹੈ ਗੁਰੂ ਅਰਜਨ ਸਾਹਿਬ ਦਾ। ਉਮਰ 43 ਸਾਲ ਦੀ, ਇਤਿਹਾਸ ਬਹੁਤ ਵੱਡਾ ਰਚਿਆ। ਕਿਤੇ ਆਪਾਂ ਵਾਚਣ ਦਾ ਯਤਨ ਕਰਾਂਗੇ। ਸ਼ਹੀਦੀ ਦਿਹਾੜੇ ਤੋਂ ਕੁਝ ਦਿਨ ਪਹਿਲਾਂ ਆਪਾਂ ਵਿਚਾਰ ਜਨਮ ਤੋਂ ਸਤਿਗੁਰਾਂ ਦੇ ਪ੍ਰਕਾਸ਼ ਤੋਂ ਸ਼ੁਰੂ ਕਰਕੇ ਸੰਖੇਪ ਜੋ ਉਹਨਾਂ ਨੇ
ਇਤਿਹਾਸ ਬੋਲਿਆ ਨਹੀਂ ਜਾ ਸਕਦਾ ਗੁਰੂ ਅਰਜਨ ਸਾਹਿਬ ਦਾ, ਪਰ ਜੋ ਵੱਡੀਆਂ ਸੇਵਾਵਾਂ ਕੀਤੀਆਂ ਉਹਨਾਂ ਤੇ ਆਪਾਂ ਝਾਤ ਜ਼ਰੂਰ ਮਾਰਾਂਗੇ ਕਿਸੇ ਦਿਨ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਗੁਰੂ ਅਰਜਨ